ਬੱਚੇ ਦਾ ਦੰਦੀਆਂ ਕੱਢਣਾ। ਸੋ ਬੱਚੇ ਦੇ ਦੰਦੀਆਂ ਕੱਢਣ ਦਾ ਸਮਾਂ ਹੈ। ਅੱਜ ਦਾ ਚੈਪਟਰ ਸਾਡਾ ਮੇਨਲੀ ਇਸ ਗੱਲ ਕਰਕੇ ਹੈ। ਮੈਂ ਉਹ ਸਾਰੀਆਂ ਗੱਲਾਂ ਜਿਹੜੀਆਂ ਦੁਹਰਾ ਦਿੱਤੀਆਂ, ਉਹਦੇ ਵੇਟ ਸੰਬੰਧੀ ਵੀ, ਉਹਦੀ ਟੇਕ ਕੇਅਰ ਕਰਨ ਸੰਬੰਧੀ ਵੀ, ਉਹਦੇ ਉੱਠਣ ਰਿੜਨ ਸੰਬੰਧੀ ਵੀ, ਔਰ ਉਹਦੇ ਚੱਲਣ ਸੰਬੰਧੀ ਵੀ, ਉਹਦੇ ਖੜੇ ਹੋਣ ਸੰਬੰਧੀ ਵੀ, ਇਹ ਸਾਰੀਆਂ ਗੱਲਾਂ ਅਸੀਂ ਇੱਕ ਵਾਰ ਹੁਣ ਫਿਰ ਦੁਹਰਾ ਚੁੱਕੇ ਹਾਂ। ਅਤੇ ਉਸ ਤੋਂ ਬਾਅਦ ਆ ਗਿਆ ਦੰਦਾਂ ਦੀ ਗੱਲ। ਬੱਚੇ ਨੇ ਦੰਦੀਆਂ ਕੱਢਣੀਆਂ ਨੇ, ਬਹੁਤ ਵੇਰੀਏਸ਼ਨ ਹੈ ਇਸ ਗੱਲ ਦੇ ਵਿੱਚ। ਬਹੁਤ ਸਾਰੀਆਂ ਥਾਵਾਂ 'ਤੇ ਐਸਾ ਵੀ ਹੋਇਆ ਆ ਕਿ ਜਦੋਂ ਬੱਚਾ ਪੈਦਾ ਹੋਇਆ ਉਦੋਂ ਹੀ ਉਹਦੇ ਇਨਸਾਈਜ਼ਰ ਟੀਥ ਜਿਹੜੇ ਸਾਹਮਣੇ ਵਾਲੇ 1 ਜਾਂ 2 ਦੰਦ ਉੱਗੇ ਹੁੰਦੇ ਆ, ਬੜੇ ਰੇਅਰ ਕੰਡੀਸ਼ਨਾਂ ਦੇ ਵਿੱਚ, ਸਾਰਿਆਂ ਦੇ ਵਿੱਚ ਨਹੀਂ। ਅਸੀਂ ਉਹ ਕੰਡੀਸ਼ਨ ਡਿਸਕਸ ਕਰਨੀ ਹੈ ਜਿਹੜੀ ਕੰਡੀਸ਼ਨ ਆਮ ਤੌਰ 'ਤੇ ਸਾਰੇ ਬੱਚਿਆਂ ਨਾਲ ਵਾਪਰਦੀ ਹੈ। ਉਸ ਕੰਡੀਸ਼ਨ ਨੂੰ ਅਸੀਂ ਆਮ ਫਿਜ਼ੀਓਲੋਜੀਕਲ ਕੰਡੀਸ਼ਨ ਸਮਝਦੇ ਹਾਂ, ਅਤੇ ਉਸ ਕੰਡੀਸ਼ਨ ਦੇ ਮੁਤਾਬਕ ਹੀ ਮੈਂ ਇੱਥੇ ਤੁਹਾਡੇ ਨਾਲ ਸਾਂਝ ਪਾਉਣੀ ਹੈ ਕਿ ਭਾਈ ਜਦੋਂ ਬੱਚੇ ਦੀ ਉਮਰ 5 ਤੋਂ 6 ਮਹੀਨੇ ਦੀ ਹੋਵੇ, ਉਸ ਵੇਲੇ ਬੱਚੇ ਨੂੰ ਸਭ ਤੋਂ ਪਹਿਲੀ ਜਿਹੜੀ ਦੰਦੀ ਹੈ ਉਹ ਕੱਢ ਲੈਣੀ ਚਾਹੀਦੀ ਹੈ। ਇਨਸਾਈਜ਼ਰ ਟੀਥ ਅਸੀਂ ਉਸ ਨੂੰ ਬੋਲਦੇ ਹਾਂ। ਆ ਸਾਹਮਣੇ ਸਾਡੇ ਜਿਹੜੇ 4 ਦੰਦ ਹੁੰਦੇ ਨੇ, ਸਭ ਤੋਂ ਪਹਿਲਾਂ ਇਹਨਾਂ ਵਿੱਚੋਂ ਪਹਿਲੇ ਇੱਕ ਦੰਦੀ ਜਿਹੜੀ ਹੈ ਉਹ ਨਿਕਲਣੀ ਸ਼ੁਰੂ ਹੁੰਦੀ ਹੈ, ਔਰ ਉਹਦਾ ਪੀਰੀਅਡ ਜਿਹੜਾ ਅਸੀਂ ਸਮਝਦੇ ਹਾਂ 5 ਮਹੀਨੇ ਤੋਂ ਸਟਾਰਟ ਹੋ ਜਾਣਾ ਚਾਹੀਦਾ ਹੈ। ਲੇਟੈਸਟ ਬਾਈ 6 ਮਹੀਨੇ ਤੋਂ ਸਟਾਰਟ ਹੋ ਜਾਣਾ ਚਾਹੀਦਾ ਹੈ। ਪਰ ਜੇ 5 ਜਾਂ 6 ਮਹੀਨੇ ਦੇ ਵਿੱਚ ਉਹ ਸਟਾਰਟ ਨਹੀਂ ਹੁੰਦਾ, ਕੋਈ ਦੰਦੀ ਉਹਦੀ ਦਿਖਾਈ ਨਹੀਂ ਦਿੰਦੀ, ਤਾਂ ਅਸੀਂ ਸਮਝ ਸਕਦੇ ਹਾਂ ਕਿ ਡਿਲੇਡ ਦਾ ਟੀਥਿੰਗ ਹੈਗੀ ਹੈ। ਔਰ ਡਿਲੇਡ ਟੀਥਿੰਗ ਵਾਸਤੇ ਸਾਨੂੰ ਉਸੇ ਮੁਤਾਬਕ ਹੀ ਡਾਕਟਰ ਕੋਲੋਂ ਐਡਵਾਈਸ ਲੈ ਕੇ ਅਤੇ ਉਸ ਬੱਚੇ ਨੂੰ ਕੁਛ ਨਾ ਕੁਛ ਦੇਣਾ ਚਾਹੀਦਾ ਹੈ। ਬੇਸ਼ੱਕ ਸਾਡੀ ਖੁਰਾਕ ਤੇ ਉਹਦੀ ਦੁੱਧ ਹੀ ਹੈਗੀ ਹੈ, ਪਰ ਉਸ ਦੁੱਧ ਦੇ ਵਿੱਚ ਹੋ ਸਕਦਾ ਹੈ ਉਹ ਜਿਹੜਾ ਫਾਰਮੂਲਾ ਤੁਸੀਂ ਦੇ ਰਹੇ ਹੋ, ਜਾਂ ਜੇ ਤਾਂ ਉਹ ਮਾਂ ਦਾ ਦੁੱਧ ਪੀ ਰਿਹਾ ਅਤੇ ਮਾਂ ਦੀ ਖੁਰਾਕ ਦੇ ਵਿੱਚ ਚੇਂਜਸ ਕਰਨ ਦੀ ਲੋੜ ਹੈਗੀ ਹੈ, ਤਾਂ ਕਿ ਰਿਕੁਆਇਰਡ ਜਿਹੜੇ ਮਿਨਰਲਸ ਨੇ, ਕੈਲਸ਼ੀਅਮਸ ਨੇ, ਉਹ ਉਸ ਨੂੰ ਜਾਣਾ ਸ਼ੁਰੂ ਹੋਵੇ ਅਤੇ ਉਹਦੀਆਂ ਦੰਦੀਆਂ ਜਿਹੜੀਆਂ ਨੇ ਉਹ ਨਾਰਮਲ ਬਣਨੀਆਂ ਸ਼ੁਰੂ ਹੋ ਜਾਣ। ਪਰ ਜੇ ਮਾਂ ਦੇ ਵਿੱਚ ਕਮੀ ਹੈ ਖੁਰਾਕ ਦੀ, ਅਤੇ ਮਾਂ ਦੀ ਖੁਰਾਕ ਦੀ ਕਮੀ ਪੂਰੀ ਕੀਤੀ ਜਾਵੇ, ਪਰ ਜੇ ਤੁਸੀਂ ਫਾਰਮੂਲਾ ਦੁੱਧ ਕੋਈ ਦੇ ਰਹੇ ਹੋ ਅਤੇ ਉਸ ਫਾਰਮੂਲਾ ਦੁੱਧ ਦੇ ਮੁਤਾਬਕ ਸਾਨੂੰ ਇਹ ਵੇਖਣ ਦੀ ਲੋੜ ਹੈ ਕਿ ਜੇ ਉਸ ਫਾਰਮੂਲੇ ਦੇ ਵਿੱਚ, ਕਿਉਂਕਿ ਜਿਹੜੇ ਫਾਰਮੂਲੇ ਬਣੇ ਆ ਕੰਪਨੀਆਂ ਵੱਲੋਂ, ਉਹ ਆਮ ਤੌਰ 'ਤੇ ਕੰਪੈਕਟ ਫਾਰਮੂਲਾ ਹੁੰਦਾ ਹੈ, ਜਿਹੜਾ ਕਿ ਉਸ ਬੱਚੇ ਦੀ ਉਸ ਵੇਲੇ ਦੀ ਰਿਕੁਆਇਰਮੈਂਟ ਹੁੰਦੀ ਹੈ, ਔਰ ਉਸ ਬੱਚੇ ਦੀ ਉਸ ਵੇਲੇ ਦੀ ਰਿਕੁਆਇਰਮੈਂਟ ਦੇ ਮੁਤਾਬਕ ਅਸੀਂ ਉਹ ਜਿਹੜਾ ਫਾਰਮੂਲਾ ਹੈ ਉਸ ਨੂੰ ਦਿੰਦੇ ਹਾਂ। ਪਰ ਬਾਵਜੂਦ ਇਸ ਦੇ ਵੀ, ਜੋ ਗੱਲ ਮੈਂ ਕਹਿਣ ਲੱਗਿਆ ਹਾਂ ਕਿ ਬਾਵਜੂਦ ਉਸ ਕੰਪੈਕਟ ਫਾਰਮੂਲਾ ਦੇਣ ਦੇ ਵੀ ਉਸ ਬੱਚੇ ਨੇ ਨਾਰਮਲ ਸਮੇਂ 'ਤੇ ਦੰਦੀਆਂ ਨਹੀਂ ਕੱਢਣੀਆਂ ਸ਼ੁਰੂ ਕੀਤੀਆਂ, ਅਤੇ ਜੇ ਨਾਰਮਲ ਸਮੇਂ 'ਤੇ ਉਸ ਨੇ ਦੰਦੀਆਂ ਨਹੀਂ ਕੱਢਣੀਆਂ ਸ਼ੁਰੂ ਕੀਤੀਆਂ ਤਾਂ ਉਹਦਾ ਮਤਲਬ ਇਹ ਆ ਕਿ ਉਹਦੇ ਅਸਿਮੀਲੇਸ਼ਨ ਦੇ ਵਿੱਚ ਫਰਕ ਹੈ। ਉਸ ਨੂੰ ਬੇਸ਼ੱਕ ਤੁਸੀਂ ਓਵਰਡੋਜ਼ ਦੁੱਧ ਦੀ ਦੇਈ ਜਾ ਰਹੇ ਹੋ। ਇਸ ਤਰ੍ਹਾਂ ਦੇ ਬੱਚਿਆਂ ਨੂੰ ਆਮ ਤੌਰ 'ਤੇ ਰਿਗਰਜੀਟੇਸ਼ਨ, ਕਿ ਫੂਡ ਉੱਪਰ ਨੂੰ ਆਉਂਦਾ ਹੈ, ਬਰਪਿੰਗ ਨਹੀਂ ਕਰਵਾਈ ਇਹਦੇ ਕਰਕੇ ਵੀ ਆਉਂਦਾ ਹੈ, ਜਾਂ ਅੰਦਰ ਦੀਆਂ ਐਂਜ਼ਾਈਮਸ ਦੀਆਂ ਕਮੀਆਂ ਪੇਸ਼ੀਆਂ ਕਰਕੇ, ਕਿਉਂਕਿ ਕੁਦਰਤ ਨੇ ਇੱਕ ਨਾ ਸਾਡੇ ਸਰੀਰ ਦੇ ਵਿੱਚ ਵਿਧਾਨ ਐਸਾ ਬਣਾਇਆ ਹੈ। ਸਟਾਰਟਿੰਗ ਦੇ ਵਿੱਚ ਦੁੱਧ ਕਹਿੰਦੇ ਨੇ ਵੈਜੀਟੇਬਲ, ਦੁੱਧ ਵੈਜੀਟੇਬਲ ਥੋੜ੍ਹਾ ਹੈਗਾ, ਦੁੱਧ ਤਾਂ ਮਾਸ ਵਿੱਚੋਂ ਬਣਿਆ ਹੈ, ਮਾਸ ਦਾ ਪ੍ਰੋਡਕਟ ਹੈਗਾ ਆ। ਇਸ ਨੂੰ ਅਸੀਂ ਵੈਸ਼ਨੋ ਵਾਲਾ ਜਾਂ ਵੈਜੀਟੇਬਲ ਵਾਲੇ ਗਰੁੱਪ ਵਿੱਚ ਨਹੀਂ ਰੱਖ ਸਕਦੇ। ਸੋ ਸਾਡੀ ਜਿਹੜੀ ਸਟਾਰਟਿੰਗ ਦੀ ਬਣਤਰ ਹੈ, ਸਾਡੀ ਸਟਾਰਟਿੰਗ ਦੀ ਜਿਹੜੀ ਖੁਰਾਕ ਹੈ, ਉਹ ਮਾਂ ਦਾ ਦੁੱਧ ਹੈ, ਔਰ ਉਸ ਦੁੱਧ ਦੇ ਮੁਤਾਬਕ ਹੌਲੀ ਹੌਲੀ ਇਸ ਸਰੀਰ ਦੇ ਵਿੱਚ ਐਂਜ਼ਾਈਮ ਬਣਨੇ ਸ਼ੁਰੂ ਹੁੰਦੇ ਨੇ। ਕਿਹੜੀ ਕਿਹੜੀ ਚੀਜ਼, ਕਿ ਜਿਵੇਂ ਕਾਰਬੋਹਾਈਡਰੇਟਸ ਹੈ, ਬ੍ਰੈਡ ਖਾਂਦੇ ਹੋ, ਡਬਲ ਰੋਟੀ ਖਾਂਦੇ ਹੋ, ਅਤੇ ਉਹਨੂੰ ਹਜਮ ਕਰਨ ਵਾਸਤੇ ਮੂੰਹ ਦੇ ਵਿੱਚ ਟਾਈਲਨ ਪੈਦਾ ਹੋਣਾ ਸ਼ੁਰੂ ਹੋ ਜਾਂਦੀ ਹੈ। ਟਾਈਲਨ ਕਾਰਬੋਹਾਈਡਰੇਟਸ ਨੂੰ ਹਜ਼ਮ ਕਰਦੀ ਹੈ। ਇਸੇ ਤਰ੍ਹਾਂ ਮਿਲਕ ਪ੍ਰੋਡਕਟਸ ਵਗੈਰਾ, ਉਹਦੇ ਵਾਸਤੇ ਪੈਪਸੀਨ ਚਾਹੀਦੀ ਹੈ ਸਾਨੂੰ, ਉਹ ਅੰਦਰ ਮਿਹਦੇ ਦੇ ਵਿੱਚ ਪੈਦਾ ਹੁੰਦੀ ਹੈ। ਇਸੇ ਤਰ੍ਹਾਂ ਐਂਟਰੋਕਾਈਨੇਜ਼ ਜਾਂ ਜਿਹੜਾ HCl ਹੈ, ਇਸ ਤਰ੍ਹਾਂ ਦੇ ਹੋਰ ਬਹੁਤ ਸਾਰੀਆਂ ਚੀਜ਼ਾਂ, ਐਂਜ਼ਾਈਮ ਜਿਹੜੀਆਂ ਨੇ ਸਾਡੇ ਇਸ ਨਾਲੀ ਦੇ ਵਿੱਚ ਪੈਦਾ ਹੁੰਦੀਆਂ ਨੇ, ਪਰ ਉਹ ਸਟਾਰਟਿੰਗ ਦੇ ਵਿੱਚ ਪੈਦਾ ਨਹੀਂ ਹੁੰਦੀਆਂ। ਹੌਲੀ ਹੌਲੀ ਜਿਹੜੀ ਚੀਜ਼ ਤੁਸੀਂ ਉਹਨੂੰ ਦੇਣੀ ਸ਼ੁਰੂ ਕਰ ਦਿੰਦੇ ਹੋ ਬੱਚੇ ਨੂੰ, ਉਸੇ ਤਰ੍ਹਾਂ ਦੀ ਹੀ ਸਰੀਰ ਦੇ ਅੰਦਰ ਸੈਟਅਪ ਹੋਣਾ ਸ਼ੁਰੂ ਹੋ ਜਾਂਦਾ ਹੈ, ਅਤੇ ਉਹ ਉਸੇ ਤਰ੍ਹਾਂ ਦੀ ਚੀਜ਼ ਹੀ ਹਜਮ ਕਰਨੀ ਸ਼ੁਰੂ ਕਰ ਦਿੰਦਾ ਹੈ। ਮਿਸਾਲ ਦੇ ਤੌਰ 'ਤੇ ਤੁਸੀਂ ਗਾਂ ਮੱਝ ਦੇ ਬੱਚੇ ਨੂੰ ਸਿਰਫ ਦੁੱਧ ਹੀ ਦੇਣਾ ਸ਼ੁਰੂ ਕਰੋ, ਉਹਨੂੰ ਘਾਹ ਵਗੈਰਾ ਨਾ ਦਿਓ, ਅਤੇ ਉਹ ਅੱਗੇ ਚੱਲ ਕੇ ਉਹ ਘਾਹ ਹਜਮ ਹੀ ਨਹੀਂ ਕਰੇਗਾ। ਬੱਚੇ ਨੂੰ ਤੁਸੀਂ ਮਾਂ ਦੇ ਜਿਹੜਾ ਹਿਊਮਨ ਬੀਇੰਗ ਦਾ ਬੱਚਾ ਹੈ, ਉਸ ਨੂੰ ਤੁਸੀਂ ਇਹੋ ਜਿਹੀਆਂ ਚੀਜ਼ਾਂ ਦੇਣੀਆਂ ਸ਼ੁਰੂ ਕਰੋ, ਅਤੇ ਫਿਰ ਮਨੁੱਖੀ ਖੁਰਾਕ ਨਹੀਂ ਖਾਣੀ ਸ਼ੁਰੂ ਕਰੇਗਾ। ਵੱਖਰੇ ਤੌਰ 'ਤੇ ਉਹਦਾ ਅੰਦਰ ਦੇ ਐਂਜ਼ਾਈਮਸ ਜਿਹੜੇ ਨੇ ਪੈਦਾ ਹੋ ਜਾਣਗੇ, ਜਿਹੜੇ
ਜਿਸ ਤਰ੍ਹਾਂ ਦੀ ਖੁਰਾਕ ਤੁਸੀਂ ਦਿੰਦੇ ਹੋ ਉਸੇ ਤਰ੍ਹਾਂ ਦੇ ਐਂਜ਼ਾਈਮ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਨੇ ਤੇ ਉਹਦੇ ਮੁਤਾਬਕ ਹੀ ਬੱਚੇ ਦਾ ਵਿਕਾਸ ਹੋਣਾ ਸ਼ੁਰੂ ਹੋ ਜਾਂਦਾ ਹੈ। ਸੋ ਮੈਂ ਗੱਲ ਕਰ ਰਿਹਾ ਸੀ ਕਿ ਜੇ ਤੁਸੀਂ ਫਾਰਮੂਲਾ ਦੁੱਧ ਦੇ ਰਹੇ ਹੋ ਤਾਂ ਬਾਵਜੂਦ ਇਸ ਦੇ ਵੀ, ਹਾਲਾਂਕਿ ਅਸੀਂ ਜਾਣਦੇ ਹਾਂ ਕਿ ਕੰਪੈਕਟ ਫਾਰਮੂਲਾ ਹੈ, ਇਹਦੇ ਵਿੱਚ ਕੋਈ ਕਮੀ ਪੇਸ਼ੀ ਨਹੀਂ ਹੈ, ਕੋਈ ਕਮੀ ਪੇਸ਼ੀ ਨਾ ਹੋਣ ਕਰਕੇ, ਕੰਪੈਕਟ ਫਾਰਮੂਲਾ ਹੋਣ ਕਰਕੇ ਫਿਰ ਵੀ ਬੱਚੇ ਨੇ ਟਾਈਮ ਸਿਰ ਦੰਦੀਆਂ ਨਹੀਂ ਕੱਢੀਆਂ ਤੇ ਉਹਦਾ ਮਤਲਬ ਇਹ ਆ ਕਿ ਇਸ ਦੇ ਸਰੀਰ ਵਿੱਚ ਖੁਰਾਕ ਦੀ ਅਸਿਮੀਲੇਸ਼ਨ ਨਹੀਂ ਹੋ ਰਹੀ। ਇਹ ਗੱਲ ਮੈਂ ਵਾਰ-ਵਾਰ ਕਹਿ ਚੁੱਕਾ ਕਈ ਪ੍ਰੋਗਰਾਮਾਂ ਦੇ ਵਿੱਚ, ਕਹੀ ਹੈ ਕਿ ਜੇ ਵੇਲਣੇ ਦੇ ਵਿੱਚ ਤੁਸੀਂ ਉਹਦੇ ਵੇਲਣੇ ਦੇ ਪੁੜ ਸਹੀ ਨਾ ਹੋਣ ਤੇ ਗੰਨਾ ਭਾਵੇਂ ਜਿੰਨਾ ਮਰਜ਼ੀ ਰਸ ਵਾਲਾ ਪਾ ਲਓ, ਉਹਦੇ ਵਿੱਚੋਂ ਪੂਰੀ ਖੁਰਾਕ ਨਹੀਂ ਨਿਕਲਣੀ, ਪੂਰੀ ਰਸ ਨਹੀਂ ਨਿਕਲਣੀ। ਪਰ ਜੇ ਗੰਨਾ ਮਾੜਾ ਵੀ ਹੋਵੇ, ਪੁੜ ਬਹੁਤ ਟਾਈਟ ਤੇ ਸਹੀ ਹੋਣ, ਉਸ ਹਾਲਾਤ ਵਿੱਚ ਉਸ ਗੰਨੇ ਦੇ ਵਿੱਚੋਂ ਪੂਰਾ ਰਸ ਨਿਕਲ ਜਾਣਾ ਹੈ। ਇਸੇ ਤਰ੍ਹਾਂ ਹੀ ਜਿਹੜੀ ਖੁਰਾਕ ਅਸੀਂ ਬੱਚੇ ਨੂੰ ਦੇ ਰਹੇ ਹਾਂ, ਬੇਸ਼ੱਕ ਅਸੀਂ ਫਾਰਮੂਲਾ ਦੇ ਰਹੇ ਹਾਂ ਜਿਹੜਾ ਪੂਰੀ ਤਰ੍ਹਾਂ ਕੰਪੈਕਟ ਬੱਚਿਆਂ ਵਾਸਤੇ ਜੋ ਚਾਹੀਦਾ ਹੈ ਉਸ ਰਿਕੁਆਇਰਮੈਂਟ ਨੂੰ ਪੂਰਾ ਕਰ ਰਿਹਾ ਹੈ, ਤਾਂ ਉਸ ਹਾਲਾਤ ਦੇ ਵਿੱਚ ਇਹਦਾ ਮਤਲਬ ਹੈ ਕਿ ਉਹਦੇ ਸਰੀਰ ਦੇ ਵਿੱਚ ਇਸ ਚੀਜ਼ ਨੂੰ ਅਸਿਮੀਲੇਟ ਕਰਨ ਦੀ ਪਾਵਰ ਨਹੀਂ ਹੈ, ਉਹ ਐਂਜ਼ਾਈਮਸ ਨਹੀਂ ਬਣੇ। ਔਰ ਉਹਨਾਂ ਵਾਸਤੇ ਸਾਨੂੰ ਬੱਚੇ ਦਾ ਟ੍ਰੀਟਮੈਂਟ ਕਰਨ ਦੀ ਜ਼ਰੂਰਤ ਹੈ। ਬੱਚੇ ਨੂੰ ਉਸ ਟਾਈਪ ਦੀ ਖੁਰਾਕ ਦੇਣ ਦੀ ਲੋੜ ਹੈ ਜਿਹੜੀ ਉਹ ਹਜਮ ਕਰ ਸਕੇ ਤੇ ਜਿਹਦੇ ਵਿੱਚੋਂ ਪੂਰੇ ਸਾਡੀ ਆਂਤੜੀ ਦੇ ਨਾਲ ਨਾਲ ਇੱਕ ਬਹੁਤ ਵੱਡਾ ਜਾਲ ਵਿਛਿਆ ਹੋਇਆ ਹੈ, ਉਹਨੂੰ ਮੈਸੈਂਟਰੀ ਕਹਿੰਦੇ ਹਾਂ ਅਸੀਂ। ਨਿੱਕੀਆਂ ਨਿੱਕੀਆਂ ਗਿਲਟੀਆਂ ਬਣੀਆਂ ਹੋਈਆਂ ਨੇ, ਇੱਕ ਚੈਨਲਸ ਹੈ ਜਿਹੜੀਆਂ ਗਿਲਟੀਆਂ ਨੂੰ ਆਪਸ ਵਿੱਚ ਜੋੜਦਾ ਜਾਂਦਾ, ਜਿਵੇਂ ਮਣਕੇ ਹੋਣ ਤੇ ਮਣਕਿਆਂ ਨੂੰ ਤੁਸੀਂ ਇੱਕ ਤਾਰ ਦੇ ਨਾਲ ਵਿੱਚੋਂ ਪਰੋਂਦੇ ਜਾਓ ਤੇ ਦੂਰ ਦੂਰ ਤੇ ਮਣਕੇ ਹੋਣ, ਇਸ ਤਰ੍ਹਾਂ ਕਰਕੇ ਉਹ ਮੈਸੈਂਟਰੀ ਬਣੀ ਹੋਈ ਹੈ। ਜਿਹੜੀ ਮੈਸੈਂਟਰੀ ਜਿੰਨੀ ਸਾਡੀ ਆਂਤੜੀਆਂ ਦੇ ਵਿੱਚੋਂ ਖੁਰਾਕ ਹਜ਼ਮ ਹੁੰਦੀ ਹੈ, ਉਸ ਸਾਰੀ ਖੁਰਾਕ ਨੂੰ ਇਕੱਠਿਆਂ ਕਰਕੇ ਸਾਡੀ ਰੀੜ੍ਹ ਦੀ ਹੱਡੀ ਦੇ ਪਿਛਲੇ ਪਾਸੇ ਇੱਕ ਬਹੁਤ ਵੱਡਾ ਟੈਂਕ ਲੱਗਾ ਹੋਇਆ, ਸਿਸਟਰਨਾ ਚਾਹੀਏ ਅਸੀਂ ਇਸ ਨੂੰ ਕਹਿੰਦੇ ਹਾਂ। ਔਰ ਉਸ ਦੇ ਵਿੱਚ ਉਹ ਪਾਉਂਦਾ ਰਹਿੰਦਾ ਆ, ਉਹ ਫਿਰ ਭਰਦਾ ਰਹਿੰਦਾ ਤੇ ਉੱਪਰ ਉੱਠਦਾ ਰਹਿੰਦਾ। ਉਹਦਾ ਉੱਪਰ ਲੈਵਲ ਉੱਠਦਿਆਂ ਉੱਠਦਿਆਂ ਅਲਟੀਮੇਟਲੀ ਸਾਡੀ ਜਿਹੜੀ ਲੈਫਟ ਸਾਈਡ ਦੀ ਖੱਬੇ ਪਾਸੇ ਦੀ ਹਸਲੀ ਦੀ ਹੱਡੀ ਹੈ, ਇਸ ਹਸਲੀ ਦੀ ਹੱਡੀ ਦੇ ਲੈਵਲ ਤੇ ਜਦੋਂ ਉਹ ਰੀੜ੍ਹ ਦੀ ਹੱਡੀ ਦੇ ਨਾਲ ਭਰਦਾ ਭਰਦਾ ਉੱਪਰ ਤੱਕ ਆ ਗਿਆ ਤੇ ਇੱਥੇ ਇੱਕ ਵੇਨ ਹੈਗੀ ਹੈ ਜਿਹੜੀ ਖੂਨ ਬਾਹਰੋਂ ਵਾਪਸ ਲਿਆ ਕੇ ਤੇ ਦਿਲ ਨੂੰ ਵਾਪਸ ਲੈ ਕੇ ਜਾ ਰਹੀ ਹੈ, ਉਸ ਨੂੰ ਸਬ ਕਲੈਵੀਅਨ ਵੇਨ ਕਹਿੰਦੇ ਆ ਅਸੀਂ। ਹਾਲਾਤ ਦੇ ਮੁਤਾਬਕ ਮੈਨੂੰ ਇਹ ਦੱਸਣ ਦੀ ਲੋੜ ਪੈ ਗਈ, ਪਰ ਅਸੀਂ ਬੱਚੇ ਦੀ ਡਿਵੈਲਪਮੈਂਟ ਦੀ ਗੱਲ ਕਰ ਰਹੇ ਹਾਂ ਕਿ ਇਹ ਡਿਟੇਲ ਇੰਨੀ ਜ਼ਿਆਦਾ ਹੈਗੀ ਆ ਕਿ ਉਹ ਉਸ ਤਰ੍ਹਾਂ ਆਂਤੜੀਆਂ ਦੇ ਵਿੱਚੋਂ ਖੁਰਾਕ ਹਜਮ ਹੋ ਕੇ ਸਿਸਟਰਨਾ ਚਾਹੀਦੀ ਜਾਣਾ ਆ। ਉਸ ਤੋਂ ਬਾਅਦ ਉਹਨੇ ਉੱਪਰ ਉੱਠਣਾ, ਉਹਦਾ ਲੈਵਲ ਜਿਵੇਂ ਕੋਈ ਟਿਊਬ ਭਰਦੀ ਜਾਵੇ ਉੱਪਰ ਉੱਠਦੀ ਜਾਵੇ ਤੇ ਅਲਟੀਮੇਟ ਉਹਨੇ ਸਾਡੀ ਜਿਹੜੀ ਹਸਲੀ ਦੀ ਹੱਡੀ ਹੈ ਖੱਬੇ ਪਾਸੇ ਦੀ, ਉਹਦੇ ਹੇਠਲੇ ਪਾਸੇ ਇੱਕ ਵੇਨ ਹੈ, ਸਬ ਕਲੈਵੀਅਨ ਵੇਨ ਅਸੀਂ ਉਹਨੂੰ ਕਹਿੰਦੇ ਹਾਂ, ਇਹ ਉਹਦੇ ਵਿੱਚ ਪੈਂਦੀ ਜਾਂਦੀ ਹੈ, ਭਾਵ ਕੱਚਾ ਖੂਨ ਬਣ ਕੇ, ਕੱਚੇ ਖੂਨ ਦੀ ਸ਼ਕਲ ਦੇ ਵਿੱਚ ਉਸ ਰਸ ਦੇ ਰੂਪ ਦੇ ਵਿੱਚ ਬਣ ਕੇ ਉਹ ਹਾਰਟ ਦੇ ਵਿੱਚ ਜਾਂਦੀ ਹੈ ਤੇ ਹਾਰਟ ਤੋਂ ਫਿਰ ਅੱਗੇ ਸਾਰੇ ਸਰਕੂਲੇਸ਼ਨ ਦੇ ਵਿੱਚ ਉਹ ਅਲੱਗ-ਅਲੱਗ ਦੀਆਂ ਗੱਲਾਂ ਨੇ ਕਿ ਕਿੱਥੇ ਕੀ ਹੁੰਦਾ, ਉਹ ਸਾਰਾ ਮੈਂ ਬਾਅਦ 'ਚ ਡਿਟੇਲ ਦੱਸਾਂਗਾ। ਹੁਣ ਮੈਂ ਕੇਵਲ ਬੱਚੇ ਦੀ ਗੱਲ ਕਰ ਰਿਹਾ ਕਿ ਭਾਈ ਜੇ ਫਾਰਮੂਲਾ ਦੁੱਧ ਪੀਂਦਿਆਂ ਹੋਇਆਂ ਵੀ ਤੁਹਾਡਾ ਬੱਚਾ ਪੂਰੀ ਤਰ੍ਹਾਂ ਤੰਦਰੁਸਤ ਨਹੀਂ ਹੈ, ਨਾ ਭਾਵ ਕੀ ਆ ਕਿ ਉਹਦੇ ਮਾਈਲਸਟੋਨਸ, ਡਿਵੈਲਪਮੈਂਟ ਦੇ ਮਾਈਲਸਟੋਨ ਅਸੀਂ ਇਹਨਾਂ ਨੂੰ ਕਹਿੰਦੇ ਹਾਂ, ਉਹ ਪੂਰੀ ਤਰ੍ਹਾਂ ਨਹੀਂ ਡਿਵੈਲਪ ਹੋ ਰਿਹਾ ਕਿ ਉਹਨੂੰ 5 ਜਾਂ 6 ਮਹੀਨੇ 'ਚ ਪਹਿਲੀ ਦੰਦੀ ਕੱਢਣੀ ਚਾਹੀਦੀ ਸੀ ਤੇ ਉਹ ਨਹੀਂ ਕੱਢੀ ਉਸਨੇ। ਇਹਦਾ ਮਤਲਬ ਕੀ ਆ ਕਿ ਖੁਰਾਕ ਭਾਵੇਂ ਤੁਹਾਡੀ ਚੰਗੀ ਹੈ, ਉਸ ਹਾਲਾਤ ਦੇ ਵਿੱਚ ਵੀ ਉਸ ਨੂੰ ਉਹ ਅਸਿਮੀਲੇਟ ਨਹੀਂ ਕਰ ਰਿਹਾ, ਉਹਦਾ ਸਰੀਰ, ਉਹਦਾ ਸਿਸਟਮ ਉਹਦੇ ਵਿੱਚੋਂ ਜ਼ਰੂਰੀ ਤੱਤ ਨਹੀਂ ਨਿਚੋੜ ਰਿਹਾ ਜਿਹੜੇ ਕਿ ਖੂਨ ਵਿੱਚ ਜਾਣ ਤੇ ਉਹਦੀ ਸਪਲਾਈ ਨੂੰ ਪੂਰਾ ਕਰਨ ਤੇ ਉਸ ਸਪਲਾਈ ਦੇ ਮੁਤਾਬਕ ਹੀ ਅੱਗੇ ਉਹਦੀ ਡਿਵੈਲਪਮੈਂਟ ਹੋਵੇ। ਸੋ ਇਹ ਚੀਜ਼ ਮਾਵਾਂ ਨੂੰ ਜਾਣਨ ਦੀ ਲੋੜ ਹੈ ਕਿ ਜੇ ਮੇਰੇ ਬੱਚੇ ਨੇ 5ਵੇਂ ਜਾਂ 6ਵੇਂ ਮਹੀਨੇ ਪਹਿਲੀ ਦੰਦੀ ਨਹੀਂ ਵਿਖਾਈ ਤਾਂ ਫਿਰ ਇਹਦੇ ਵਿੱਚ ਕੋਈ ਕਮੀ ਪੇਸ਼ੀ ਹੈ। ਜੇ ਉਹ ਸ਼ਨਾਖਤ ਕਰੇ ਕਿ ਮੇਰੇ ਦੁੱਧ ਵਿੱਚ ਕੋਈ ਕਮੀ ਹੈ ਤੇ ਫਿਰ ਮੈਂ ਖੁਰਾਕ ਖਾਵਾਂ। ਜੇ ਮੈਂ ਫਾਰਮੂਲਾ ਦੁੱਧ ਦੇ ਰਹੀ ਹਾਂ ਤੇ ਫਿਰ ਮੈਂ ਉਹਦੇ 'ਚ ਚੈੱਕ ਕਰਾਂ, ਇਹਦਾ ਮਤਲਬ ਇਹ ਆ ਕਿ ਸਿਸਟਮ ਵਿੱਚ ਕੋਈ ਖਰਾਬੀ ਹੈਗੀ ਹੈ ਤੇ ਸਿਸਟਮ ਨੂੰ
ਐਕਟਿਵ ਕਰਨ ਵਾਸਤੇ, ਬੱਚੇ ਦੇ ਉਸ ਡਾਈਜੈਸ਼ਨ ਨੂੰ ਐਕਟਿਵ ਕਰਨ ਵਾਸਤੇ ਫਿਰ ਸਾਨੂੰ ਉਹਦੇ ਮੁਤਾਬਕ ਉਪਰਾਲਾ ਡਾਕਟਰ ਦੀ ਰਾਏ ਨਾਲ ਕਰਨ ਦੀ ਲੋੜ ਹੁੰਦੀ ਹੈ। ਜਿੱਥੇ ਜਿੱਥੇ ਵੀ ਤੁਸੀਂ ਹੈਗੇ ਹੋ, ਡਾਕਟਰ ਦੀ ਸਲਾਹ ਨਾਲ ਐਸਾ ਉਪਰਾਲਾ ਕਰੋ ਕਿ ਸਾਡੀ ਖੁਰਾਕ ਤਾਂ ਠੀਕ ਹੈ, ਸਾਡੇ ਬੱਚੇ ਨੂੰ ਜਿਹੜਾ ਫਾਰਮੂਲਾ ਜਾ ਰਿਹਾ ਉਹ ਤਾਂ ਬਿਲਕੁਲ ਕੰਪੈਕਟ ਹੈਗਾ ਆ, ਬਾਵਜੂਦ ਇਸ ਦੇ ਵੀ ਇਹਦੇ 'ਚ ਕਮੀਆਂ ਆ ਰਹੀਆਂ ਨੇ। ਤੇ ਕਿਉਂ ਆ ਰਹੀਆਂ ਨੇ, ਉਹ ਫਿਰ ਉਹਦੇ ਮੁਤਾਬਕ ਉਸ ਨੂੰ ਐਡਵਾਈਸ ਕਰੇਗਾ, ਤਾਂ ਕਿ ਉਹਦਾ ਜਿਹੜਾ ਸਿਸਟਮ ਹੈ, ਐਂਜ਼ਾਈਮੈਟਿਕ ਸਿਸਟਮ, ਸਰੀਰ ਦੇ ਵਿੱਚ ਮੂੰਹ ਤੋਂ ਲੈ ਕੇ ਟੱਟੀ ਵਾਲੇ ਰਸਤੇ ਤੱਕ, ਅਲੱਗ-ਅਲੱਗ ਥਾਵਾਂ ਤੇ, ਖਾਸ ਤੌਰ ਤੇ ਸਮਾਲ ਇੰਟੈਸਟਾਈਨ ਦੇ ਏਰੀਏ ਤੱਕ ਨਵੀਆਂ ਚੀਜ਼ਾਂ, ਨਵੇਂ ਐਂਜ਼ਾਈਮਸ ਇਹਦੇ ਵਿੱਚ ਐਡ ਹੁੰਦੇ ਜਾਂਦੇ ਨੇ। ਤੇ ਉਹ ਐਂਜ਼ਾਈਮਸ ਆਪਣੇ ਮੁਤਾਬਕ ਜਿਹੜੀ ਖਾਧੀ ਹੋਈ ਖੁਰਾਕ ਆ ਉਸ ਨੂੰ ਘੋਲਦੇ ਨੇ, ਤੇ ਉਸ ਘੋਲ ਦੇ ਵਿੱਚੋਂ ਜਿਹੜੀ ਚੀਜ਼, ਜਿਵੇਂ ਲੋਹ ਚੂਨ ਦਾ ਮਿਸ਼ਰਣ ਅਸੀਂ ਅਲੱਗ ਕਰਦੇ ਹਾਂ, ਸਕੂਲਾਂ 'ਚ ਪੜ੍ਹਦੇ ਆਏ ਹਾਂ, ਇਸੇ ਤਰ੍ਹਾਂ ਹੀ ਉਹ ਸਾਰਾ ਘੋਲ ਕੇ ਤੇ ਉਹਨਾਂ ਦੇ ਰਾਹੀਂ ਹੀ ਇਸ ਖੁਰਾਕ ਦੇ ਵਿੱਚੋਂ ਕੈਲਸ਼ੀਅਮ, ਇਸ ਖੁਰਾਕ ਦੇ ਵਿੱਚੋਂ ਪੋਟਾਸ਼ੀਅਮ, ਇਸ ਖੁਰਾਕ ਦੇ ਵਿੱਚੋਂ ਮਿਨਰਲਸ ਜਿੰਨੇ ਵੀ ਚਾਹੀਦੇ ਨੇ ਉਹ ਕੱਢ ਲੈਂਦੀ ਹੈਗੀ ਹੈ। ਸੋ ਉਸ ਚੀਜ਼ ਨੂੰ ਪੂਰਾ ਕਰਨ ਵਾਸਤੇ ਡਾਕਟਰ ਤੁਹਾਨੂੰ ਰਾਏ ਦੇਗਾ। ਸੋ ਮੈਂ ਕਹਿ ਰਿਹਾ ਕਿ ਪਹਿਲੀ ਦੰਦੀ 5ਵੇਂ-6ਵੇਂ ਮਹੀਨੇ ਬੱਚੇ ਨੂੰ ਵਿਖਾਉਣੀ ਚਾਹੀਦੀ ਹੈ। ਐਕਸੈਪਸ਼ਨਲ ਕੇਸ ਦੀ ਮੈਂ ਤੁਹਾਨੂੰ ਗੱਲ ਦੱਸ ਦਿੱਤੀ। ਕਈ ਵਾਰਾਂ ਮਾਂ ਦੇ ਪੇਟ ਵਿੱਚ ਵੀ ਤੇ ਕਈ ਵਾਰਾਂ ਜੰਮਦੇ ਬੱਚੇ ਨੂੰ ਅਸੀਂ ਵੇਖਦੇ ਹਾਂ ਕਿ ਰੇਅਰ ਕੇਸਾਂ ਦੇ ਵਿੱਚ ਇੱਕ ਦੰਦੀ ਹੁੰਦੀ ਹੈ ਉਹਦੀ, ਜਾਂ 2 ਦੰਦੀਆਂ ਉਹਦੀਆਂ ਹੁੰਦੀਆਂ ਹੀ ਹੈ, ਕਿਉਂਕਿ ਸਾਈਕਲ ਤੇ ਅੰਦਰ ਸਾਰਾ ਉਹੀ ਚੱਲ ਰਿਹਾ ਹੈ ਨਾ, ਖੁਰਾਕ ਤੇ ਮਾਂ ਵੱਲੋਂ ਉਹੀ ਜਾ ਰਹੀ ਹੈ ਨਾ, ਪਰ ਡਿਵੈਲਪਮੈਂਟ ਤੇਜ਼ ਹੈਗੀ ਹੈ। ਔਰ ਇਹ ਇਕੱਲੀ ਦੰਦੀਆਂ ਦੀ ਗੱਲ ਨਹੀਂ ਹੁੰਦੀ, ਬਾਕੀ ਸਰੀਰ ਦੇ ਹੋਰ ਸਿਸਟਮਾਂ ਦੇ ਵਿੱਚ ਵੀ ਇਸੇ ਤਰ੍ਹਾਂ ਬਣਤਰ ਦੀ ਤੇਜ਼ੀ ਆਉਂਦੀ ਵੇਖੀ ਜਾਂਦੀ ਹੈ। ਉਹ ਜਿਵੇਂ ਸਰੀਰ ਦੇ ਸਿਸਟਮਾਂ ਦੀ ਗੱਲ ਆਵੇਗੀ ਉਹਦੀ ਮੈਂ ਤੁਹਾਨੂੰ ਦੱਸਦਾ ਜਾਵਾਂਗਾ ਨਾਲ ਦੀ ਨਾਲ। ਹੁਣ ਕੇਵਲ ਦੰਦੀਆਂ ਦੀ ਗੱਲ ਹੋ ਰਹੀ ਹੈ ਤਾਂ ਮੈਂ ਤੁਹਾਨੂੰ ਦੱਸਦਾ ਕਿ ਪਹਿਲੀ ਦੰਦੀ 5ਵੇਂ-6ਵੇਂ ਮਹੀਨੇ, ਉਸ ਤੋਂ ਬਾਅਦ ਹਰ ਮਹੀਨੇ ਦੇ ਮੁਤਾਬਕ ਅਸੀਂ ਸਭ ਤੋਂ ਪਹਿਲਾਂ ਇਹ 4 ਸਾਹਮਣੇ ਦੇ ਇਨਸਾਈਜ਼ਰ ਟੀਥ ਪੂਰੇ ਕਰਦੇ ਹਾਂ, ਔਰ ਉਸ ਤੋਂ ਬਾਅਦ ਇੱਕ ਦੰਦੀ ਸਾਈਡ ਤੇ, ਜਿਹਨੂੰ ਪੰਜਾਬੀ 'ਚ ਕਹਿੰਦੇ ਆ ਸੂਆ, ਕੁੱਤੇ ਦੰਦੀ ਵੀ ਪੰਜਾਬੀ 'ਚ ਕਹਿੰਦੇ ਆ, ਉਹ ਬਿਲਕੁਲ ਇਹਨੇ ਸਾਹਮਣੇ ਦੇ ਜਿਹੜੇ 4 ਦੰਦ ਨੇ, ਇਹਨਾਂ 4 ਦੰਦਾਂ ਦੇ ਦੋਨਾਂ ਪਾਸਿਆਂ ਤੇ, ਰਾਈਟ ਵੀ ਤੇ ਲੈਫਟ ਵੀ, ਉੱਪਰ ਵੀ ਤੇ ਹੇਠਾਂ ਵੀ, ਇੱਕ ਦੰਦ ਨਿਕਲਦਾ ਹੈ ਜਿਸ ਨੂੰ ਅਸੀਂ ਕੈਨਾਈਨ ਕਹਿੰਦੇ ਆ। ਔਰ ਇਨਸਾਈਜ਼ਰ ਪਹਿਲੇ 4 ਸਾਹਮਣੇ ਦੇ ਤੇ 4 ਹੀ ਉੱਪਰ ਹੁੰਦੇ ਆ, ਔਰ ਉਹਨਾਂ ਦੇ ਨਾਲ ਜਿਹੜਾ ਨਿਕਲਣ ਵਾਲਾ ਦੰਦ ਹੈ ਉਹਨਾਂ ਨੂੰ ਕਹਿੰਦੇ ਆ ਕੈਨਾਈਨ। ਔਰ ਉਹਦੀ ਸਿਰਫ ਇੱਕ ਹੀ ਰੂਟ ਹੁੰਦੀ ਹੈ, ਜਿਵੇਂ ਸਾਡੇ ਇਨਸਾਈਜ਼ਰ ਟੀਥ ਦੀ ਕੋਈ ਰੂਟ ਹੁੰਦੀ, ਸਿੱਧੇ ਹੀ ਥੱਲੇ ਗੱਡੇ ਹੁੰਦੇ ਆ। ਔਰ ਇਸੇ ਤਰ੍ਹਾਂ ਹੀ ਕੈਨਾਈਨ ਜਿਹੜਾ ਸਾਡੀ ਹੱਡੀ ਹੈ, ਜਿਹੜੀ ਤਿੱਖੀ ਬਰਛੇ ਵਰਗੀ ਹੁੰਦੀ ਹੈ ਆਮ ਤੌਰ ਤੇ, ਉਹਦਾ ਵੀ ਇਹੀ ਰੂਪ ਹੁੰਦਾ ਹੈ ਕਿ ਹੇਠਾਂ ਇੱਕ ਹੀ ਜੜ ਹੁੰਦੀ ਹੈ। ਉਸ ਤੋਂ ਬਾਅਦ ਜੇ ਹੇਠਾਂ ਵਾਲੇ ਪਾਸੇ ਵੀ ਤੇ ਉੱਪਰ ਵਾਲੇ ਪਾਸੇ ਵੀ, ਸੱਜੇ ਵਾਲੇ ਪਾਸੇ ਵੀ ਤੇ ਖੱਬੇ ਵਾਲੇ ਪਾਸੇ ਵੀ, ਜਬਾੜਿਆਂ ਦੇ ਵਿੱਚ 2 ਹੋਰ ਦੰਦ ਨਿਕਲਦੇ ਆ, ਉਹਨਾਂ ਨੂੰ ਕਹਿੰਦੇ ਆ ਪ੍ਰੀ ਮੋਲਰ। ਔਰ ਇਹ ਜਿਹੜੇ ਦੰਦ ਨਿਕਲਦੇ ਆ, ਇਹਨਾਂ ਦੇ ਹੇਠਾਂ 2 ਜੜ੍ਹਾਂ ਹੁੰਦੀਆਂ ਨੇ। ਪਹਿਲਾਂ ਇੱਕ ਪਾਸੇ ਨਿਕਲਦਾ ਆ, ਫਿਰ ਦੂਜੇ ਪਾਸੇ ਨਿਕਲਦਾ ਆ, ਫਿਰ ਪਹਿਲੇ ਪਾਸੇ ਨਿਕਲਦਾ ਹੈ, ਫਿਰ ਦੂਜੇ ਪਾਸੇ ਨਿਕਲਦਾ। ਇਸੇ ਤਰ੍ਹਾਂ ਦੀ ਤਰਤੀਬ ਸਾਡੀ ਉੱਪਰ ਵਾਲੇ ਪਾਸੇ ਵੀ ਹੁੰਦੀ ਹੈ, ਔਰ ਇਹਨਾਂ ਨੂੰ ਕਹਿੰਦੇ ਅਸੀਂ ਪ੍ਰੀ ਮੋਲਰ। ਹੁਣ 4 ਇਨਸਾਈਜ਼ਰ ਹੋ ਗਏ, 8 ਹੋ ਗਏ, 4 ਹੀ ਇਨ ਟੋਟਲ, ਇੱਕ ਕਰਕੇ ਦੋਨਾਂ ਸਾਈਡਾਂ ਤੇ ਹੇਠਾਂ ਵੀ ਤੇ ਉੱਪਰ ਵੀ 4 ਸਾਡੇ ਕੈਨਾਈਨ ਹੋ ਗਏ। 8 ਤੇ 4 12, 2 ਪ੍ਰੀ ਮੋਲਰ ਹੋ ਗਏ। ਇਹਨਾਂ ਤੋਂ ਪਿੱਛੇ ਭਾਵ ਮੋਲਰ ਦਾ ਮਤਲਬ ਜੜ੍ਹਾਂ ਕਹਿ ਲਓ ਤੁਸੀਂ ਪੰਜਾਬੀ 'ਚ, ਜੜ੍ਹਾਂ ਵਾਲੇ ਦੰਦਾਂ ਤੋਂ ਪਹਿਲਾਂ ਪ੍ਰੀ ਮੋਲਰ ਜੜ੍ਹਾਂ ਵਾਲੇ, ਪ੍ਰੀ ਮੋਲਰ ਉਹਦੇ ਤੋਂ ਪਹਿਲਾਂ ਵਾਲੇ। ਸੋ ਉਹਦੇ ਤੋਂ ਪਹਿਲਾਂ 2 ਦੰਦ ਫੇਰ ਉਗਦੇ ਆ, 2 ਰਾਈਟ ਸਾਈਡ ਤੇ ਹੇਠਾਂ, 2 ਰਾਈਟ ਸਾਈਡ ਤੇ ਦੂਸਰੇ ਸੱਜੇ ਪਾਸੇ ਤੇ ਖੱਬੇ ਪਾਸੇ। ਇਸੇ ਤਰ੍ਹਾਂ ਹੀ ਸਾਡੇ ਉੱਪਰ ਵਾਲੇ ਜਬਾੜੇ ਦੇ ਵਿੱਚ ਉਗਦੇ ਆ। ਤਾਂ ਭਾਵ ਕੀ ਹੋਇਆ, ਇਹ ਟੋਟਲ ਗਿਣਤੀ ਹੋ ਗਈ 20। ਬੱਚੇ ਦੇ ਵਿੱਚ ਮਿਲਕ ਟੀਥ ਜਿਹੜੇ ਨੇ ਉਹ 20 ਹੁੰਦੇ ਆ, ਉਹਨਾਂ ਨੂੰ ਅਸੀਂ ਮਿਲਕ ਟੀਥ ਕਹਿੰਦੇ ਆ। ਔਰ ਮਿਲਕ ਟੀਥ ਦੇ ਪੂਰੇ ਹੋਣ ਦੀ ਜਿਹੜੀ ਉਮਰ ਹੈ ਉਹ 24 ਮਹੀਨੇ ਹੈ, ਕਿ 24 ਮਹੀਨਿਆਂ ਦੇ ਵਿੱਚ ਬੱਚੇ ਦੇ ਦੁੱਧ ਦੇ ਦੰਦ ਜਿਹੜੇ ਆ ਪੂਰੇ ਹੋ ਜਾਣੇ ਚਾਹੀਦੇ ਹਨ।
ਕਈ ਵਾਰਾਂ ਕੀ ਹੁੰਦਾ ਹੈ, ਬਹੁਤ ਸਾਰੀਆਂ ਐਕਸੈਪਸ਼ਨਸ ਨੇ ਐਸੀਆਂ, ਕਈ ਵਾਰਾਂ ਕੀ ਹੁੰਦਾ ਹੈ ਕਿ ਇੱਕ ਦੰਦ ਤੇ ਬੱਚਾ ਬੜੇ ਟਾਈਮ ਸਿਰ ਕੱਢ ਲਿਆ ਉਸਨੇ, 5-6 ਮਹੀਨੇ 'ਚ ਉਸਨੇ ਕੱਢ ਲਿਆ, ਉਸ ਤੋਂ ਬਾਅਦ ਇੱਕ ਗੈਪ ਪੈ ਗਿਆ 8-10 ਮਹੀਨਿਆਂ ਦਾ, 11 ਮਹੀਨਿਆਂ ਦਾ, ਫਿਰ ਕੋਈ ਦੰਦੀ ਹੀ ਨਹੀਂ ਕੱਢੀ। ਇਹ ਸਿਸਟਮ ਇੱਥੇ ਹੀ ਨਹੀਂ ਹੈਗਾ, ਨੇਚਰ ਦੇ ਹੋਰ ਥਾਵਾਂ ਤੇ ਕਈ ਵਾਰ ਐ ਹੁੰਦਾ ਵੀ ਇੱਕ ਬੀਬੀ ਨੇ ਇੱਕ ਬੱਚਾ ਜੰਮਿਆ, ਬਿਲਕੁਲ ਠੀਕ ਠਾਕ ਸੀਗਾ ਵਿਆਹ ਤੋਂ ਬਾਅਦ, ਔਰ ਉਸ ਤੋਂ ਬਾਅਦ ਕਈ ਸਾਲ ਬੀਤ ਗਏ, ਇੱਕ ਬੱਚਾ ਹੀ ਨਹੀਂ ਹੋਇਆ। ਸਿਸਟਮ ਦੇ ਵਿੱਚ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ, ਇਹ ਕਿਸਮਤ ਪੁੜੀਆਂ ਵਰਗੀ ਗੱਲ ਆ, ਸਪਰਮ ਦਾ ਤੇ ਓਵਮ ਦਾ ਆਪਸ 'ਚ ਮਿਲਣਾ, ਔਰ ਇਸ ਥਾਂ ਤੇ ਕੀ ਹੈ, ਖੁਰਾਕ ਦਾ ਮਿਲਣਾ ਤੇ ਖੁਰਾਕ ਦਾ ਹਜ਼ਮ ਹੋਣਾ। ਇਹ ਐਕਸੀਡੈਂਟਲ ਨਹੀਂ ਹੈ, ਇਹ ਕਿਸਮਤ ਪੁੜੀਆਂ ਨਹੀਂ ਹੈ, ਇਹ ਰੁਕਾਵਟਾਂ ਦੀ ਗੱਲ ਹੈ। ਇਹਨੂੰ ਸਾਨੂੰ ਜਾਣਨ ਦੀ ਲੋੜ ਹੈ। ਇਸੇ ਤਰ੍ਹਾਂ ਹੀ ਉਸ ਪ੍ਰੈਗਨੈਂਸੀ ਨੂੰ ਵੀ ਜਾਣਨ ਦੀ ਲੋੜ ਹੈ ਕਿ ਜਿਹੜੀ ਨਹੀਂ ਹੋ ਰਹੀ, ਹੋਣੀ ਚਾਹੀਦੀ ਸੀ, ਔਰ ਪਹਿਲਾਂ ਹੋ ਗਈ ਤੇ ਉਸ ਤੋਂ ਬਾਅਦ 'ਚ ਨਹੀਂ ਹੋਈ। ਭਾਵ ਇਹ ਜਿਹੜਾ ਸਾਈਕਲ ਦਾ ਕਮੀ ਪੇਸ਼ੀ ਸੀ ਉਸ ਨੂੰ ਦੂਰ ਕਰਨਾ। ਇਸੇ ਤਰ੍ਹਾਂ ਹੀ ਇੱਥੇ ਦੰਦਾਂ ਦੀ ਕਮੀ ਪੇਸ਼ੀ ਹੈਗੀ ਹੈ ਵੀ ਦੰਦਾਂ ਦੀ ਇੱਕ ਦੰਦ ਨਿਕਲਣ ਤੋਂ ਬਾਅਦ ਐਸਾ ਕੀ ਹੋਇਆ ਕਿ ਜਿਸ ਕਰਕੇ ਬੱਚੇ ਨੇ ਹੋਰ ਦੰਦੀਆਂ ਨਹੀਂ ਕੱਢੀਆਂ। ਪਹਿਲੇ ਜ਼ਮਾਨੇ ਵਿੱਚ ਤੇ ਅਸੀਂ ਸਿਰਫ ਖੁਰਾਕ ਨੂੰ ਬਲੇਮ ਕਰਦੇ ਹਾਂ, ਪਹਿਲੇ ਜ਼ਮਾਨੇ ਵਿੱਚ ਤਾਂ ਅਸੀਂ ਪਰਵਰਿਸ਼ ਨੂੰ ਬਲੇਮ ਕਰਦੇ ਹਾਂ, ਪਰ ਅੱਜ ਦੇ ਜ਼ਮਾਨੇ ਵਿੱਚ ਵੈਕਸੀਨੇਸ਼ਨ ਦਾ ਜਿਹੜਾ ਰੂਟੀਨ ਇੱਕ ਚੱਲਿਆ, ਜਿਹੜਾ ਕਿ ਨੈਕਸਟ ਚੈਪਟਰ ਮੈਂ ਤੁਹਾਡੇ ਨਾਲ ਡਿਸਕਸ ਕਰਨਾ ਆ, ਉਸ ਦੇ ਕਾਰਨ ਵੀ ਕਈ ਚੀਜ਼ਾਂ ਸਪਰੈਸ ਹੋ ਕੇ ਰਹਿ ਜਾਂਦੀਆਂ ਨੇ, ਸਲੋ ਹੋ ਜਾਂਦੀਆਂ ਨੇ, ਹੌਲੀ ਹੋ ਜਾਂਦੀਆਂ ਨੇ, ਉਹਨਾਂ ਦੀ ਉਹ ਸਪੀਡ ਨਹੀਂ ਰਹਿ ਜਾਂਦੀ ਜਿਸ ਸਪੀਡ ਦੇ ਮੁਤਾਬਕ ਨਾਰਮਲੀ ਉਹਨਾਂ ਨੂੰ ਹੋਣਾ ਚਾਹੀਦਾ ਸੀ। ਇਸ ਤਰ੍ਹਾਂ ਦੇ ਸਾਈਡ ਇਫੈਕਟ ਆਮ ਤੌਰ ਤੇ ਨੋਟ ਕੀਤੇ ਗਏ ਆ ਕਿ ਇਹ ਭਾਈ ਇਸ ਹਾਲਾਤ ਦੇ ਵਿੱਚ ਆ ਕੇ ਕਈ ਵੇਰਾਂ ਇੱਕ ਦੰਦੀ ਨਿਕਲੀ ਜਾਂ 2 ਦੰਦੀਆਂ ਨਿਕਲੀਆਂ, ਉਸ ਤੋਂ ਬਾਅਦ ਬਹੁਤ ਲੰਬੇ ਸਮੇਂ ਦਾ ਗੈਪ ਪੈ ਗਿਆ, ਬਹੁਤ ਮਹੀਨੇ ਕੋਈ ਦੰਦ ਨਿਕਲਿਆ ਹੀ ਨਹੀਂ ਹੈ। ਉਸ ਹਾਲਾਤ ਵਿੱਚ ਸਾਨੂੰ ਵਾਚ ਕਰਨ ਦੀ ਲੋੜ ਹੈ ਕਿ ਇਸ ਸਮੇਂ ਦੇ ਵਿੱਚ ਇਹ ਬੱਚਾ ਬਿਮਾਰ ਤੇ ਨਹੀਂ ਹੋਇਆ, ਇਸ ਸਮੇਂ ਦੇ ਵਿੱਚ ਐਸੀ ਕਿਹੜੀ ਚੀਜ਼ ਹੈ ਜਿਹੜੀ ਅਨਨੈਚੁਰਲ। ਬੇਸਿਕ ਇਹ ਜਿਹੜੇ ਵੈਕਸੀਨੇਸ਼ਨਸ ਵਗੈਰਾ ਨੇ ਜਾਂ ਬੱਚੇ ਦਾ ਬਿਮਾਰ ਹੋਣਾ ਤੇ ਜਿਹੜੇ ਅਸੀਂ ਐਂਟੀਬਾਇਓਟਿਕ ਜਾਂ ਹੋਰ ਸਾਰੀਆਂ ਚੀਜ਼ਾਂ ਇਸਤੇਮਾਲ ਕਰਦੇ ਹਾਂ, ਇਹ ਨੈਚੁਰਲ ਤੇ ਨਹੀਂ ਨਾ ਹੈ, ਇਹ ਤੇ ਅਨਨੈਚੁਰਲ ਸਪੋਰਟ ਹੈ। ਔਰ ਅਨਨੈਚੁਰਲ ਸਪੋਰਟ ਨਾਨਕ ਜੇ ਕੋ ਆਪੋ ਜਾਣੇ ਅੱਗੇ ਗਿਆ ਨਾ ਸੋਹੇ। ਬਿਨਾਂ ਤਾਂ ਲੋੜ ਤੋਂ ਜੇ ਤੁਸੀਂ ਕੋਈ ਐਸੀ ਗੱਲ ਕਰਦੇ ਹੋ ਜਾਂ ਜਿਹੜੀ ਨਹੀਂ ਚਾਹੀਦੀ ਉਹ ਚੀਜ਼ ਤੁਸੀਂ ਦੇ ਰਹੇ ਹੋ ਤੇ ਉਹਦਾ ਅਸਰ ਕੀ ਹੋਏਗਾ। ਇਸ ਹਾਲਾਤ ਦੇ ਵਿੱਚ ਕਈ ਵਾਰ ਬੱਚੇ 1 ਜਾਂ 2 ਦੰਦੀ ਕੱਢਣ ਤੋਂ ਬਾਅਦ ਲੰਬਾ ਸਮਾਂ ਗੈਪ ਪਾ ਜਾਂਦੇ ਆ। ਤਾਂ ਇਸ ਕਰਕੇ ਵੀ ਸਾਨੂੰ ਵਾਚ ਕੀ ਕਰਨ ਦੀ ਲੋੜ ਆ ਕਿ ਕੀ ਸਾਡਾ ਫਾਰਮੂਲਾ ਸਹੀ ਹੈ ਕਿ ਫਾਰਮੂਲਾ ਬਦਲਣ ਦੀ ਲੋੜ ਆ। ਫਿਰ ਕੀ ਬੱਚੇ ਦੇ ਪੇਟ ਵਿੱਚ ਉਹ ਚੀਜ਼ ਅਸਿਮੀਲੇਟ ਹੋ ਰਹੀ ਹੈ ਕਿ ਨਹੀਂ ਹੋ ਰਹੀ, ਜਿਹੜਾ ਕਿ ਆਮ ਤੌਰ ਤੇ ਇਹਨਾਂ ਨਿਸ਼ਾਨੀਆਂ 'ਚੋਂ ਵੇਖਿਆ ਜਾਂਦਾ ਆ ਕਿ ਬੱਚੇ ਦੀ ਪੋਟੀ ਦੀ ਰੰਗਤ ਕੀ ਹੈ, ਬੱਚੇ ਦੇ ਚਿਹਰੇ ਦਾ ਰੰਗਤ ਕੀ ਹੈ। ਭਾਵ ਕਿ ਲਿਵਰ ਜਿਹਨੇ ਇਹਨਾਂ ਸਾਰੀਆਂ ਚੀਜ਼ਾਂ ਨੂੰ, ਫੈਟ ਵਗੈਰਾ ਨੂੰ ਹਜ਼ਮ ਕਰਨ ਦੀ ਡਿਊਟੀ ਨਿਭਾਉਣੀ ਸੀ ਆਪਣੇ ਬਾਇਲ ਦੇ ਨਾਲ, ਉਹ ਪੂਰੀ ਨਿਭਾ ਰਿਹਾ ਹੈ ਕਿ ਨਹੀਂ ਨਿਭਾ ਰਿਹਾ। ਜਾਂ ਐਸਾ ਤਾਂ ਨਹੀਂ ਕਿ ਤੁਹਾਡੀ ਓਵਰਡੋਜ਼ ਦੁੱਧ ਪਿਆਉਣ ਦੇ ਕਰਕੇ ਉਹਦਾ ਕੰਮ ਸਟਾਪ ਹੋ ਗਿਆ ਜਾਂ ਸਲੋ ਹੋ ਗਿਆ, ਜਿਸ ਕਰਕੇ ਐਸਾ ਹੋਣਾ ਸ਼ੁਰੂ ਹੋ ਗਿਆ। ਕਿਉਂਕਿ ਅਸੀਂ ਚਾਵਾਂ ਦੇ ਵਿੱਚ, ਅਸੀਂ ਲਾਡਾਂ ਦੇ ਵਿੱਚ, ਉਸ ਹਾਲਾਤ ਦੇ ਵਿੱਚ ਕਈ ਵਾਰ ਖੁਰਾਕ ਬੱਚੇ ਨੂੰ ਜ਼ਿਆਦਾ ਦੇ ਦਿੰਦੇ ਹਾਂ ਤੇ ਉਹਦਾ ਬੈਡ ਇਫੈਕਟ ਹੁੰਦਾ ਹੈ, ਲੋੜ ਨਾਲੋਂ ਵੱਧ ਨੁਕਸਾਨ ਹੋ ਜਾਂਦਾ ਹੈ। ਸੋ ਖੈਰ, ਇਹ 24 ਮਹੀਨਿਆਂ ਦੇ ਵਿੱਚ ਇਹ ਦੰਦ ਜਿਹੜੇ ਨੇ ਇਹ ਪੂਰੇ ਹੋਣੇ ਚਾਹੀਦੇ ਆ। ਉਸ ਤੋਂ ਬਾਅਦ ਇਹਨਾਂ ਦੇ ਟੁੱਟਣ ਦੀ ਤਰਤੀਬ ਵੀ ਠੀਕ ਉਸੇ ਤਰ੍ਹਾਂ ਹੀ ਹੈ। ਟੁੱਟਣ ਦੀ ਤਰਤੀਬ ਵੀ ਉਸੇ ਤਰ੍ਹਾਂ ਹੈ ਕਿ ਸਭ ਤੋਂ ਪਹਿਲਾਂ ਸਾਹਮਣੇ ਦਾ ਇੱਕ ਦੰਦ ਟੁੱਟਦਾ ਆ, ਇਨਸਾਈਜ਼ਰ, ਜਿਹੜਾ ਕਿ 6ਵੇਂ-7ਵੇਂ ਸਾਲ ਦੇ ਵਿੱਚ ਟੁੱਟਦਾ ਆ। 6ਵੇਂ-7ਵੇਂ ਸਾਲ ਦੇ ਵਿੱਚ ਪਹਿਲੀ ਦੰਦੀ ਟੁੱਟਣੀ ਚਾਹੀਦੀ ਹੈ। ਉਹਦੇ ਹੇਠਾਂ ਇੱਕ ਨਵੀਂ ਆਟੋਮੈਟਿਕਲੀ ਡਿਵੈਲਪਮੈਂਟ ਹੋ ਚੁੱਕੀ ਹੁੰਦੀ ਹੈ। ਜਦੋਂ ਇਹਦੀ ਰੂਟ ਵੀਕ ਹੁੰਦੀ ਹੈ ਤੇ ਇਹ ਹਿਲਣਾ ਸ਼ੁਰੂ ਕਰਦਾ ਹੈ ਤੇ ਨਿਕਲ ਜਾਂਦਾ ਹੈ। ਇਸੇ ਤਰ੍ਹਾਂ ਹੀ ਇੱਕ ਇੱਕ ਕਰਕੇ ਇਹ ਸਾਰੇ ਦੰਦ ਟੁੱਟਣੇ ਸ਼ੁਰੂ ਹੁੰਦੇ ਆ ਤੇ ਜਦੋਂ ਇਹ ਟੁੱਟਣੇ ਸ਼ੁਰੂ ਹੁੰਦੇ ਆ, ਉਸ ਤੋਂ ਬਾਅਦ ਇਹਨਾਂ ਦੇ ਨਵੇਂ, ਉਹਦੇ ਨਾਲ ਹੀ ਨਵੇਂ ਆਉਣੇ ਸ਼ੁਰੂ ਹੋ ਜਾਂਦੇ ਆ। ਤੇ ਜਦੋਂ ਨਵੇਂ ਆਉਣੇ ਸ਼ੁਰੂ ਹੋ ਜਾਂਦੇ ਨੇ, ਉਹ ਨਾਲ ਗੁਆਂਢੀਆਂ ਨੂੰ ਵੀ ਲੈ ਕੇ ਆ ਜਾਂਦੇ ਆ। ਜਿਹੜੇ ਪਿਛਲੇ ਪਾਸੇ ਅਸੀਂ ਦੱਸਿਆ ਕਿ ਮੋਲਰ ਟੀਥ, ਪਹਿਲਾਂ ਮੈਂ ਪ੍ਰੀ ਮੋਲਰ ਦੱਸਿਆ ਸੀ,
ਮਿਲਕ ਟੀਥ ਜਿਨ੍ਹਾਂ ਨੂੰ ਕਹਿੰਦੇ ਆ, ਦੁੱਧ ਦੀਆਂ ਦੰਦੀਆਂ ਜਿਨ੍ਹਾਂ ਨੂੰ ਕਹਿੰਦੇ ਆ। ਉਸ ਤੋਂ ਬਾਅਦ ਜਿਹੜੇ 2 ਦੰਦ ਰਾਈਟ ਸਾਈਡ ਹੇਠਾਂ, 2 ਦੰਦ ਲੈਫਟ ਸਾਈਡ ਹੇਠਾਂ, 2 ਦੰਦ ਉੱਪਰ ਰਾਈਟ ਸਾਈਡ, 2 ਦੰਦ ਉੱਪਰ ਲੈਫਟ ਸਾਈਡ। ਸੋ ਇਹ ਸਾਡੇ 8 ਦੰਦ ਹੋ ਗਏ, 8 ਦੰਦ ਹੋ ਗਏ ਜਿਨ੍ਹਾਂ ਨੂੰ ਅਸੀਂ ਮੋਲਰ ਟੀਥ ਕਹਿੰਦੇ ਆ। ਇਹਨਾਂ ਦੇ ਹੇਠਾਂ 3 ਜੜ੍ਹਾਂ ਹੁੰਦੀਆਂ ਨੇ। ਇਨਸਾਈਜ਼ਰ ਦੀ ਇੱਕ ਜੜ, 4 ਦੰਦ ਨੇ। ਕੈਨਾਈਨ ਦੀ ਇੱਕ ਜੜ, ਇੱਕ ਹੁੰਦਾ ਦੋਨਾਂ ਸਾਈਡ ਤੇ, ਹੇਠਾਂ ਵੀ ਤੇ ਉੱਪਰ ਵੀ, ਭਾਵ 4 ਹੁੰਦੇ ਆ। ਪ੍ਰੀ ਮੋਲਰ ਜਿਨ੍ਹਾਂ ਦੇ ਹੇਠਾਂ 2 ਜੜ੍ਹਾਂ ਹੁੰਦੀਆਂ ਨੇ, 2 ਰਾਈਟ ਸਾਈਡ ਤੇ ਸੱਜੇ, 2 ਰਾਈਟ ਸਾਈਡ ਤੇ ਖੱਬੇ, ਔਰ 2 ਇਸੇ ਤਰ੍ਹਾਂ ਹੀ ਉੱਪਰ ਵਾਲੇ ਜਬਾੜੇ ਦੇ ਵਿੱਚ। ਇਹ 20 ਪੂਰੇ ਕੀਤੇ ਸੀ ਤੇ 20 ਤੋਂ ਬਾਅਦ ਜਦੋਂ ਇਹ 20 ਟੁੱਟਣੇ ਸ਼ੁਰੂ ਹੋ ਗਏ 6ਵੇਂ 7ਵੇਂ ਸਾਲ ਦੇ ਵਿੱਚ, ਇੱਕ ਕਰਕੇ ਟੁੱਟਣੇ ਸ਼ੁਰੂ ਹੋਏ ਤੇ ਇਹਨਾਂ ਦੇ ਅੰਦਰ ਉਸੇ ਤਰ੍ਹਾਂ ਹੀ ਉਹਦੀ ਰੂਟ ਦੇ ਹੇਠਾਂ ਦੂਸਰਾ ਨਵਾਂ ਦੰਦ ਬਣਨਾ ਸ਼ੁਰੂ ਹੋ ਜਾਂਦਾ ਹੈ। ਜੇ ਇਹ ਸਖਤ ਹੋਵੇ ਤੇ ਕਈ ਵਾਰ ਐਸਾ ਹੁੰਦਾ ਉਹਦੀ ਸਾਈਡ ਤੇ ਨਿਕਲਣਾ ਸ਼ੁਰੂ ਹੋ ਜਾਂਦਾ ਹੈ। ਆ ਵਿੰਗੇ ਟੇਢੇ ਦੰਦ ਤੁਸੀਂ ਜਿਹੜੇ ਵੇਖਦੇ ਹੋ ਇਸੇ ਕਰਕੇ ਹੋਣੇ ਸ਼ੁਰੂ ਹੋ ਜਾਂਦੇ ਨੇ। ਤਾਂ ਅਲਟੀਮੇਟ ਕੀ ਆ ਕਿ ਉਹ ਸਾਰੇ ਦੇ ਸਾਰੇ 20 ਦੰਦ ਟੁੱਟਦੇ ਆ ਤੇ ਉਹਦੀ ਥਾਂ ਤੇ ਨਵੇਂ ਆਉਂਦੇ ਆ। ਤੇ ਜਦੋਂ ਨਵੇਂ ਆਉਂਦੇ ਆ ਉਹਨਾਂ ਦੇ ਨਾਲ 2 ਦੰਦ ਹੋਰ, ਸੱਜੇ ਵੀ ਤੇ ਖੱਬੇ ਵੀ, ਉੱਪਰ ਵੀ ਤੇ ਹੇਠਾਂ ਵਾਲੇ ਪਾਸੇ ਵੀ, ਭਾਵ 8 ਦੰਦ ਹੋਰ ਆ ਜਾਂਦੇ ਆ। ਉਹਨਾਂ ਨੂੰ ਅਸੀਂ ਮੋਲਰ ਟੀਥ ਕਿਹਾ ਸੀਗਾ। ਮੋਲਰ ਟੀਥ ਦੇ ਹੇਠਾਂ 3 ਜੜ੍ਹਾਂ ਹੁੰਦੀਆਂ ਨੇ, ਔਰ ਇਹ ਸਾਰੇ ਮਿਲ ਕੇ ਕਿੰਨੇ ਬਣ ਗਏ? 28। 20 ਤੇ ਪਹਿਲੇ ਸੀ, ਜਿਹੜੇ ਟੁੱਟੇ ਤੇ ਨਵੇਂ ਆਏ। 8 ਦੰਦ ਹੋਰ ਆ ਗਏ, 2 ਸੱਜੇ ਪਾਸੇ, 2 ਖੱਬੇ ਪਾਸੇ ਹੇਠਾਂ ਦੇ, ਔਰ 2 ਸੱਜੇ ਪਾਸੇ ਤੇ 2 ਖੱਬੇ ਪਾਸੇ ਉੱਪਰ ਦੇ। ਸੋ 8 ਦੰਦ ਸਾਡੇ ਕੋਲ ਹੋਰ ਆ ਗਏ। ਤੇ ਕਿੰਨੇ ਦੰਦ ਬਣ ਗਏ ਬਈ? 28 ਦੰਦ ਬਣ ਗਏ। ਸੋ ਹੁਣ ਸਾਡੇ ਕੋਲੇ 28 ਦੰਦ ਆ, ਪਰ ਅਸੀਂ ਤੇ ਕਹਿੰਦੇ 32 ਹੁੰਦੇ ਆ ਜੀ। ਫਿਰ ਕੀ ਹੁੰਦਾ ਆ? ਬਹੁਤ ਲੰਬਾ ਗੈਪ ਪੈ ਜਾਂਦਾ ਆ। ਲੰਬੇ ਗੈਪ ਤੋਂ ਬਾਅਦ ਜਿਵੇਂ ਆਉਂਦੇ ਨਾ ਵੀ ਇਹਦੀ ਅਕਲ ਹਨੋਂ ਨਿਕਲਣ ਵਾਲੀ ਹੈ, ਇਹਦੀ ਅਕਲ ਜੜ ਆਉਣ ਵਾਲੀ ਹੈ, ਅਕਲ ਆਉਣ ਵਾਲੀ ਹੈ। ਭਾਵ ਮਜ਼ਾਕ ਦੇ ਵਿੱਚ ਅਸੀਂ ਇਹ ਕਹਿ ਦਿੰਦੇ ਹਾਂ, ਇਹ ਜਿਹੜੇ ਦੰਦ ਨੇ ਇਹ ਆਮ ਤੌਰ ਤੇ ਵਿਜ਼ਡਮ ਟੀਥ ਅਸੀਂ ਇਹਨਾਂ ਨੂੰ ਕਹਿੰਦੇ ਹਾਂ। ਪਿਛਲੇ ਪਾਸੇ, ਹਰੇਕ ਪਾਸੇ, ਸੱਜੇ ਪਾਸੇ ਹੇਠਾਂ ਵਾਲੇ ਜਬਾੜੇ 'ਚ ਇੱਕ, ਖੱਬੇ ਪਾਸੇ ਹੇਠਾਂ ਵਾਲੇ ਜਬਾੜੇ 'ਚ ਇੱਕ, ਇਸੇ ਤਰ੍ਹਾਂ ਹੀ ਉੱਪਰ ਵਾਲੇ ਜਬਾੜੇ ਦੇ ਵਿੱਚ ਸੱਜੇ ਵੀ ਤੇ ਖੱਬੇ ਵੀ ਇੱਕ ਜੜ ਹੁੰਦੀ ਹੈ, ਜਿਹਦੀਆਂ ਹੇਠਾਂ 4 ਜੜ੍ਹਾਂ ਹੁੰਦੀਆਂ ਨੇ। ਔਰ ਇਹਨਾਂ ਨੂੰ ਅਸੀਂ ਵਿਜ਼ਡਮ ਟੀਥ ਕਹਿੰਦੇ ਆ। ਇਹਨਾਂ ਦਾ ਨਿਕਲਣਾ ਵੀ ਬੜਾ ਮੁਸ਼ਕਲ ਹੁੰਦਾ ਹੈ। ਕਈ ਵਾਰ ਐਸਾ ਹੁੰਦਾ ਆ ਕਿ ਜਬਾੜੇ ਦਾ ਜਿਹੜਾ ਸਾਈਜ਼ ਆ, ਆਮ ਤੌਰ ਤੇ ਜਦੋਂ ਬੱਚਾ ਹੁੰਦਾ ਹੈ ਤੇ ਉਸ ਵੇਲੇ ਜਬਾੜੇ ਦਾ ਸਾਈਜ਼ ਉਹਦੇ ਮੁਤਾਬਕ ਵਧਣਾ ਸ਼ੁਰੂ ਹੋ ਜਾਂਦਾ ਹੈ। ਉਹ ਐਡਜਸਟਮੈਂਟ ਕਰਦਾ ਆ, ਜਿਹੜੀ ਲੋੜ ਬਣੀ ਉਹਨੇ ਉਸ ਨੂੰ ਐਡਜਸਟਮੈਂਟ ਕਰ ਲਿਆ। ਪਰ ਇਸ ਉਮਰ ਦੇ ਵਿੱਚ ਆ ਕੇ ਜਿਹੜੀ ਉਹਦੀ ਡਿਵੈਲਪਮੈਂਟ ਹੈ ਬੋਨ ਦੀ, ਮੈਂਡੀਬਲ ਬੋਨ ਅਸੀਂ ਇਹਨੂੰ ਕਹਿੰਦੇ ਹਾਂ, ਔਰ ਉਸ ਮੈਂਡੀਬਲ ਬੋਨ ਜਿਹੜਾ ਹੇਠਾਂ ਵਾਲਾ ਜਬਾੜਾ ਆ, ਇਹਦੀ ਬਣਤਰ ਇੰਨੀ ਡਿਵੈਲਪਮੈਂਟ ਨਹੀਂ ਹੋ ਸਕਦੀ ਸਾਰੇ ਕੇਸਾਂ ਵਿੱਚ। ਰੇਅਰ ਕੇਸ ਦੀ ਗੱਲ ਮੈਂ ਕਰ ਰਿਹਾ ਕਿ ਉਸ ਵੇਲੇ ਜਦੋਂ ਉਹਦੀ ਵਿਜ਼ਡਮ ਹੱਡੀ ਇਹ ਦੰਦ ਨਿਕਲਣ ਦੀ ਕੋਸ਼ਿਸ਼ ਕਰਦਾ ਹੈ ਤੇ ਪਿਛਲੇ ਪਾਸੇ ਜਿਹੜੇ ਉੱਪਰ ਵਾਲੇ ਤੇ ਹੇਠਾਂ ਵਾਲੇ ਜਬਾੜੇ ਦਾ ਜੋੜ ਹੈ, ਉਸ ਥਾਂ ਤੇ ਜਿਹੜੀਆਂ ਸਾਡੀਆਂ ਨਰਵਸ ਹਨ, ਜਿਹੜੀਆਂ ਸਾਰੇ ਦੰਦਾਂ ਨੂੰ ਸਪਲਾਈ ਕਰਦੀਆਂ ਨੇ, ਦੰਦਾਂ ਦੀ ਸੈਂਸਿਟੀਵਿਟੀ ਨੂੰ ਕੰਟਰੋਲ ਕਰਦੀਆਂ ਨੇ, ਬੁੱਟਾਂ ਨੂੰ ਕੰਟਰੋਲ ਕਰਦੀਆਂ ਨੇ, ਉਹ ਸਾਰੀਆਂ ਨਸਾਂ ਉਸ ਥਾਂ ਤੇ ਹੁੰਦੀਆਂ ਨੇ। ਤੇ ਜਦੋਂ ਉਹਨਾਂ ਨਸਾਂ ਨੂੰ ਪਾੜ ਕੇ ਉਹਨਾਂ ਨੇ ਬਾਹਰ ਨਿਕਲਣਾ ਆ ਦੰਦ ਨੇ, ਤੇ ਬਹੁਤ ਤਕਲੀਫ ਹੁੰਦੀ ਹੈ। ਕਹਿੰਦੇ ਅਕਲ ਬੜੀ ਮੁਸ਼ਕਲ ਨਾਲ ਆਉਂਦੀ ਹੈ। ਸੋ ਅਕਲ ਮੁਸ਼ਕਲ ਨਾਲ ਇਸੇ ਕਰਕੇ ਆਉਂਦੀ ਹੈ ਵੀ ਇੱਕ ਤਾਂ ਉੱਥੇ ਜਗ੍ਹਾ ਘਟ ਜਾਂਦੀ ਹੈ, ਉਸ ਦੇ ਮੁਤਾਬਕ ਲੋੜ ਅਨੁਸਾਰ ਉਸ ਵੇਲੇ ਮੈਂਡੀਬਲ ਦੀ ਡਿਵੈਲਪਮੈਂਟ ਇੰਨੀ ਜ਼ਿਆਦਾ ਨਹੀਂ ਹੋਈ ਹੁੰਦੀ। ਔਰ ਦੂਸਰਾ ਇਹ ਕਿ ਉਸ ਥਾਂ ਤੇ ਨਰਵਸ ਦਾ ਜੰਕਸ਼ਨ ਹੈ, ਔਰ ਉਸ ਨਰਵਸ ਦੇ ਜੰਕਸ਼ਨ ਵਾਸਤੇ ਸਪੇਸ ਘੱਟ ਹੋਈ ਤੇ ਉਹਨਾਂ ਨਰਵਸ ਨੂੰ ਪਾਸੇ ਕਰਕੇ ਜਦੋਂ ਉਸਨੇ ਦੰਦ ਨੇ ਬਾਹਰ ਨਿਕਲਣਾ ਆ ਤੇ ਬੜਾ ਤਕਲੀਫ ਦੇ ਹੁੰਦਾ। ਬਹੁਤ ਸਾਰੇ ਡਾਕਟਰ ਅੱਜ ਕੱਲ੍ਹ ਦੰਦਾਂ ਵਾਲੇ ਆਮ ਤੌਰ ਤੇ ਐਡਵਾਈਸ ਇਹ ਕਰਦੇ ਨੇ ਵੀ ਤਕਲੀਫ ਸਹਿਣ ਨਾਲੋਂ, ਕੰਮ ਤੇ ਹੁਣ ਚੱਲਦਾ ਹੀ ਪਿਆ ਨਾ ਠਾਈਆਂ ਦੇ ਨਾਲ, ਜੇ ਤਕਲੀਫ ਸਹਿਣ ਨਾਲੋਂ ਚੰਗੀ ਗੱਲ ਇਹਨੂੰ ਕਢਾ ਦਿਓ।
ਔਰ ਕਈ ਡਾਕਟਰ ਉਹਨੂੰ ਉੱਪਰੋਂ ਇਨਸਾਈਜ਼ ਕਰਕੇ ਕੱਟ ਕੇ, ਉੱਪਰ ਵਾਲਾ ਮਾਸ ਕੱਟ ਕੇ ਬੜੇ ਕੇਅਰਫੁਲੀ, ਤਾਂ ਕਿ ਕੋਈ ਨਰਵ ਨਾ ਕੱਟੀ ਜਾਵੇ, ਉਸ ਨੂੰ ਕੱਟ ਕੇ ਵਾਰ-ਵਾਰ ਕੱਟ ਕੇ, ਤੇ ਜਦੋਂ ਤੱਕ, ਕਿਉਂਕਿ ਦੰਦ ਨੇ ਇੱਕਦਮ ਤਾਂ ਨਹੀਂ ਤੁਸੀਂ ਕੱਟਿਆ ਤੈਨੂੰ ਸਾਰਾ ਬਾਹਰ ਆ ਗਿਆ, ਹੌਲੀ ਹੌਲੀ ਕਰਕੇ, ਕਈ ਵਾਰ ਇੱਕ ਵਾਰਾਂ ਦੋ ਵਾਰਾਂ ਵੀ ਇਹ ਸਾਨੂੰ ਪ੍ਰੋਸੀਜਰ ਕਰਨਾ ਪੈਂਦਾ। ਦੰਦਾਂ ਵਾਲੇ ਡਾਕਟਰਾਂ ਨੂੰ ਪਤਾ ਹੋਏਗਾ ਇਸ ਗੱਲ ਦਾ ਕਿ ਉਸ ਨੂੰ ਹੌਲੀ ਹੌਲੀ ਉੱਪਰੋਂ ਮੂੰਹ ਬਣਾਉਣਾ ਪੈਂਦਾ, ਉਸ ਮਾਸ ਨੂੰ, ਜਬਾੜੇ ਜਿਹੜਾ ਸਾਡਾ ਹੈਗਾ ਬੁੱਟਿਆ, ਉਸ ਨੂੰ ਕੱਟ ਕੇ, ਗਮਸ ਨੂੰ ਕੱਟ ਕੇ, ਤੇ ਅਸੀਂ ਉਹਨੂੰ ਜਗ੍ਹਾ ਦੇਣੀ ਹੈ ਕਿ ਇਹ ਹੌਲੀ ਹੌਲੀ, ਕਿਉਂਕਿ ਹੱਡੀ ਨੇ ਹੌਲੀ ਵਧਣਾ ਹੈਗਾ, ਔਰ ਉਹ ਵੱਧ ਜਾਵੇ ਤਦ ਤੱਕ ਸਾਨੂੰ ਇਹਦੀ ਟੇਕ ਕੇਅਰ ਕਰਨੀ ਪੈਂਦੀ ਹੈ। ਜੇ ਜਬਾੜੇ ਵਿੱਚ ਸਪੇਸ ਪੂਰੀ ਹੋਵੇ ਤੇ ਫਿਰ ਇਹ ਵਿਜ਼ਡਮ ਟੀਥ ਵੀ ਜਿਹੜਾ ਹੈਗਾ, ਚਾਰੋਂ ਚੁਫੇਰੇ 4 ਵਿਜ਼ਡਮ ਟੀਥ ਸਾਡੇ ਨਾਰਮਲ ਆ ਜਾਂਦੇ ਨੇ, ਔਰ ਇਹਦੀ ਏਜ ਅਸੀਂ 25-26 ਸਾਲ ਦੀ ਲਿਮਟ ਕਰਦੇ ਹਾਂ ਕਿ ਇਹ ਦੰਦ ਜਿਹੜੇ ਨੇ 25-26 ਸਾਲ ਤੱਕ ਨਿਕਲ ਕੇ ਆਉਂਦੇ ਹਨ। ਇੱਕ ਗੱਲ ਹੋਰ, ਜਬਾੜੇ ਦੀ ਬਣਤਰ ਦੇ ਵਿੱਚ ਬਹੁਤ ਸਾਰੇ ਅੰਤਰ, ਜਦੋਂ ਬੱਚਾ ਮਾਂ ਦੇ ਪੇਟ ਵਿੱਚ ਹੁੰਦਾ ਆ ਉਦੋਂ ਉਹਦੀ ਬਣਤਰ ਹੋਰ ਟਾਈਪ ਦੀ, ਜਦੋਂ ਉਹ ਬੱਚਾ ਬਾਹਰ ਆਉਂਦਾ ਆ ਉਸ ਵੇਲੇ ਉਹਦੀ ਬਣਤਰ ਹੋਰ ਟਾਈਪ ਦੀ ਹੈਗੀ। ਜਦੋਂ ਉਹ ਬੱਚਾ ਜਿਵੇਂ ਜਿਵੇਂ ਵਧਣਾ ਸ਼ੁਰੂ ਹੋ ਜਾਂਦਾ, ਉਹਦੇ ਚਿਹਰੇ ਦੇ ਹਾਵ ਭਾਵ ਬਹੁਤ ਸਾਰੇ ਬਦਲਦੇ ਆ, ਤੇ ਦਾੜੀ ਮੁੱਛਾਂ ਤਾਂ ਤੁਸੀਂ ਸਮਝਦੇ ਹੋ ਵੀ ਜਿਵੇਂ ਜਿਵੇਂ ਬੱਚਾ ਅਡਲਟਸ ਹੋਣਾ ਸ਼ੁਰੂ ਹੁੰਦਾ ਆ ਉਸ ਵੇਲੇ ਆਉਣੀਆਂ ਸ਼ੁਰੂ ਹੋ ਗਈਆਂ, ਉਸ ਵੇਲੇ ਹੋਰ ਚੇਂਜਸ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ। ਔਰ ਜਦੋਂ ਇਹ ਵਿਜ਼ਡਮ ਟੀਥ ਨਿਕਲਦਾ ਹੈ, ਸਪੇਸ ਘੱਟ ਹੋਵੇ, ਅੱਜ ਕੱਲ੍ਹ ਤਾਂ ਸਾਡੇ ਕੋਲ ਡਾਕਟਰਾਂ ਦੀ ਭਰਮਾਰ ਹੈ, ਕੋਈ ਕਮੀ ਪੇਸ਼ੀ ਨਹੀਂ ਹੈਗੀ, ਸਾਰੇ ਪ੍ਰੋਸੀਜਰ ਹੈਗੇ ਨੇ, ਤੇ ਉਸੇ ਵੇਲੇ ਕਰਕੇ ਤੇ ਫਟਾਫਟ ਕੱਢ ਕੇ ਪਾਸੇ ਕਰਕੇ, ਯਾਰ ਤਕਲੀਫ ਕਿਉਂ ਸਹਿਣੀ ਹੈ। ਪਰ ਜਦੋਂ ਇਹ ਗੱਲਾਂ, ਇਹ ਹਾਲਾਤ ਸਾਡੇ ਕੋਲ ਨਹੀਂ ਸੀ ਹੁੰਦੇ, ਉਸ ਵੇਲੇ ਬੜੀ ਬੜੀ ਦੇਰ ਤੱਕ ਲੋਕ ਮੂੰਹ ਬੰਨ੍ਹ ਕੇ ਤੁਰੇ ਫਿਰਦੇ ਸੀ, ਸੋਜ ਪਾ ਕੇ ਤੁਰੇ ਫਿਰ ਸਕਦੀ, ਬੜੀਆਂ ਇਸ ਤਰ੍ਹਾਂ ਦੀਆਂ ਭਿਆਨਕ ਜਿਹੀਆਂ ਗੱਲਾਂ ਹੁੰਦੀਆਂ ਸੀ, ਤਕਲੀਫ ਬੜੇ ਬੜੇ ਦਿਨ ਤੱਕ ਹੁੰਦੀ ਰਹਿੰਦੀ ਸੀ, ਤੇ ਉਹ ਨਿਕਲਦੇ ਸੀ। ਔਰ ਉਸ ਦੇ ਨਾਲ ਵੀ ਕਈ ਵੇਰਾਂ ਚਿਹਰੇ ਦੇ ਵਿੱਚ ਡਿਫਾਰਮਿਟੀ ਆ ਜਾਂਦੀ ਸੀ, ਸਟਰਕਚਰ ਦੇ ਵਿੱਚ ਚੇਂਜ ਆ ਜਾਂਦੀ ਸੀ। ਸੋ ਇਹ ਸਾਰਾ ਕੁਝ ਅਸੀਂ ਅੱਜ ਦੰਦਾਂ ਦੇ ਸੰਬੰਧ ਵਿੱਚ ਕਰਿਆ, ਤਾਂ ਕਿ ਐਸਾ ਨਾ ਹੋਵੇ ਕਿ ਅਸੀਂ ਫਿਰ ਖਿਆਲ ਭੁੱਲ ਜਾਈਏ। ਮੇਰੀਆਂ ਭੈਣਾਂ, ਮਾਤਾਵਾਂ, ਬੱਚੀਆਂ ਜਿਹੜੀਆਂ ਇਸ ਉਮਰ ਦੇ ਵਿੱਚ ਹਨ ਕਿ ਆਪਣੇ ਬੱਚਿਆਂ ਨੂੰ ਪਾਲ ਰਹੀਆਂ ਹਨ, ਬੱਚੇ ਜੰਮ ਰਹੀਆਂ ਹਨ ਤੇ ਪਾਲ ਰਹੀਆਂ ਹਨ, ਉਹਨਾਂ ਵਾਸਤੇ ਇਹ ਜਾਣਨਾ ਬੜਾ ਜ਼ਰੂਰੀ ਹੈ ਕਿ ਬੱਚੇ ਦੇ ਮਾਈਲਸਟੋਨ, ਮੈਂ ਰਿਪੀਟ ਕਰ ਰਿਹਾ, ਇਹ ਟੌਪਿਕ ਬੰਦ ਕਰਨ ਤੋਂ ਪਹਿਲਾਂ ਮੈਂ ਇਸ ਨੂੰ ਰਿਪੀਟ ਕਰ ਰਿਹਾ ਹਾਂ ਕਿ ਬੱਚੇ ਦਾ ਰਿੜਨਾ, ਬੱਚੇ ਦਾ ਸਿਰ ਚੁੱਕਣਾ 1 ਤੋਂ 3 ਮਹੀਨੇ ਦੇ ਵਿੱਚ, ਬੱਚੇ ਦਾ ਰਿੜਨਾ 3 ਤੋਂ 5 ਮਹੀਨੇ ਦੇ ਵਿੱਚ, ਬੱਚੇ ਦਾ ਖੜਾ ਹੋਣਾ 8 ਮਹੀਨੇ ਦੇ ਵਿੱਚ, ਬੱਚੇ ਦਾ ਖੜਾ ਹੋ ਕੇ ਤੁਰਨਾ 11 ਮਹੀਨੇ ਦੇ ਵਿੱਚ, ਲੇਟੈਸਟ ਬਾਈ 11 ਤੋਂ 13 ਮਹੀਨੇ ਦੇ ਵਿੱਚ। ਇਹ ਸਾਰੀ ਅਗਰ ਡਿਵੈਲਪਮੈਂਟ ਹੈ ਉਹਦੀ, ਤੇ ਉਹ ਨਾਰਮਲ ਹੈ। ਜੰਮਦਾ ਬੱਚੇ ਦਾ ਭਾਰ ਅਗਰ 5 ਮਹੀਨਿਆਂ ਦੇ ਵਿੱਚ ਜੰਮਣ ਵਾਲੇ ਭਾਰ ਤੋਂ ਡਬਲ ਹੋ ਜਾਂਦਾ ਹੈ, ਤੇ ਸਮਝੋ ਉਹਦਾ ਸਾਰਾ ਸਿਸਟਮ ਅੰਦਰ ਦਾ ਨਾਰਮਲ ਕੰਮ ਕਰ ਰਿਹਾ ਹੈ। ਜੇ ਉਹਦਾ ਭਾਰ 5 ਮਹੀਨਿਆਂ ਦੇ ਵਿੱਚ ਡਬਲ ਨਹੀਂ ਹੋਇਆ, ਘੱਟ ਹੋਇਆ, ਤੇ ਸਮਝੋ ਖੁਰਾਕ 'ਚ ਕੋਈ ਕਮੀ ਹੈ ਜਾਂ ਉਹਦੇ ਸਿਸਟਮ ਵਿੱਚ ਕੋਈ ਕਮੀ ਹੈ। ਜੇ ਬੱਚੇ ਦਾ ਭਾਰ ਨਾਰਮਲ ਹੈ, 5 ਮਹੀਨਿਆਂ ਦੇ ਵਿੱਚ ਡਬਲ ਹੋ ਗਿਆ ਆ, ਤੇ ਸਮਝੋ ਸਾਰਾ ਕੁਝ ਨਾਰਮਲ ਚੱਲ ਰਿਹਾ ਹੈ। ਪਰ ਜੇ ਬੱਚੇ ਦਾ ਭਾਰ ਇਸ ਉਮਰ ਦੇ ਮੁਤਾਬਕ ਹੋਰ ਵੱਧ ਹੋ ਗਿਆ ਹੈ, ਔਰ ਉਸ ਨੂੰ ਕਹਿੰਦੇ ਆ ਮੈਕਰੋਸੋਮੀਆ, ਮੈਂ ਕੱਲ੍ਹ ਵੀ ਗੱਲ ਕਰੀ ਸੀ, ਮੈਕਰੋਸੋਮੀਆ ਕਹਿੰਦੇ ਆ, ਉਸ ਸੰਬੰਧ ਵਿੱਚ ਸਾਨੂੰ ਆਪਦੀ ਖੁਰਾਕ ਵੱਲੇ ਖਿਆਲ ਕਰਨਾ ਪਊਗਾ ਵੀ ਬਹੁਤੇ ਲਾਡ, ਬਹੁਤੇ ਚਾਰਜ ਖੁਰਾਕ ਤਾਂ ਨਹੀਂ ਜ਼ਿਆਦਾ ਦੇਈ ਜਾ ਰਹੇ, ਜਾਂ ਕੋਈ ਇਸ ਤਰ੍ਹਾਂ ਦੀ ਕੋਈ ਹਾਰਮੋਨਲ ਜਾਂ ਜੈਨੇਟਿਕ ਕੋਈ ਕਮੀ ਪੇਸ਼ੀ ਤਾਂ ਨਹੀਂ ਹੈਗੀ, ਮਾਂ ਬਾਪ ਦੇ ਕੰਸਟੀਟਿਊਸ਼ਨ ਵੱਲੋਂ ਆਈ ਹੋਈ ਗੱਲ ਤਾਂ ਨਹੀਂ, ਜਿਹਦੀ ਹੁਣੇ ਸਾਨੂੰ ਸੰਭਾਲ ਕਰ ਲੈਣ ਦੀ ਲੋੜ ਹੈਗੀ ਹੈ। ਮੈਕਰੋਸੋਮੀਆ ਵਾਲੀ ਕੰਡੀਸ਼ਨ ਨੂੰ ਸਾਨੂੰ ਮੱਦੇ ਨਜ਼ਰ ਰੱਖਣ ਦੀ ਲੋੜ ਹੈਗੀ ਹੈ। ਔਰ ਉਸ ਤੋਂ ਬਾਅਦ ਅਸੀਂ ਗੱਲ ਕਰੀ ਦੰਦੀਆਂ ਦੀ ਗੱਲ ਅਸਾਂ ਕਰੀ ਕਿ ਭਾਈ 5ਵੇਂ-6ਵੇਂ ਮਹੀਨੇ ਪਹਿਲੀ ਦੰਦੀ ਨਿਕਲਣੀ ਚਾਹੀਦੀ ਹੈ, ਜਿਹਨੂੰ ਅਸੀਂ ਇਨਸਾਈਜ਼ਰ ਟੀਥ ਕਹਿੰਦੇ ਹਾਂ, ਤੇ ਇਨਸਾਈਜ਼ਰ ਟੀਥ 4 ਹੇਠਾਂ ਨਿਕਲਦੇ ਨੇ, 4 ਉੱਪਰ ਨਿਕਲਦੇ ਨੇ ਟਾਈਮ ਟੂ ਟਾਈਮ, ਔਰ ਉਹਨਾਂ ਦੇ ਦੋਨਾਂ ਸਾਈਡਾਂ ਤੇ ਹੀ ਇੱਕ ਕੈਨਾਈਨ ਟੀਥ ਹੇਠਾਂ ਵੀ, ਸੱਜੇ ਵੀ, ਖੱਬੇ ਵੀ, ਉੱਪਰ ਵੀ, ਸੱਜੇ ਵੀ ਤੇ ਖੱਬੇ ਵੀ ਨਿਕਲਦਾ ਹੈਗਾ। ਉਸ ਤੋਂ ਬਾਅਦ 2 ਪ੍ਰੀ ਮੋਲਰ ਟੀਥ ਨਿਕਲਦੇ ਹੈਗੇ ਆ, ਔਰ ਇਹ ਪ੍ਰੀ ਮੋਲਰ ਟੀਥ ਜਿਹੜੇ ਨੇ ਇਹ ਟੋਟਲ ਮਿਲਾ ਕੇ 20 ਦੰਦ ਹੋ ਜਾਂਦੇ ਨੇ, ਜਿਨ੍ਹਾਂ ਨੂੰ ਮਿਲਕ ਟੀਥ ਕਹਿੰਦੇ ਆ। ਔਰ 20 ਦੰਦਾਂ ਦੀ ਜਿਹੜੀ ਲਿਮਟ ਹੈ ਸਾਡੀ, ਉਹ 24 ਮਹੀਨਿਆਂ ਦੀ ਹੈ, 2 ਸਾਲ ਦੀ ਹੈ। 2 ਸਾਲ ਦੇ ਵਿੱਚ ਇਹ ਪੂਰੀ ਹੋ ਜਾਣੀ ਚਾਹੀਦੀ ਹੈ। ਪਰ ਜੇ ਨਹੀਂ ਪੂਰੀ ਹੋਈ ਤੇ ਸਾਨੂੰ ਖਿਆਲ ਕਰਨ ਦੀ ਲੋੜ ਹੈ ਕਿ ਕੀ ਇਹਦੀ ਖੁਰਾਕ ਵਿੱਚ ਤਾਂ ਕੋਈ ਕਮੀ ਨਹੀਂ, ਕੀ ਇਹਦੇ ਹੋਰ
ਜਿਹੜਾ ਮੈਨੇਜ ਕਰ ਰਹੇ ਹਾਂ ਅਸੀਂ ਬੱਚੇ ਨੂੰ, ਮਾਲਿਸ਼ ਕਰ ਰਹੇ ਹਾਂ, ਉਹ ਰਿੜ ਰਿਹਾ ਹੈ, ਉਹ ਕਰੋਲਿੰਗ ਕਰ ਰਿਹਾ ਹੈ, ਇਹ ਸਾਰੀਆਂ ਐਕਟੀਵਿਟੀਆਂ ਦੇ ਵਿੱਚ ਕੋਈ ਕਮੀ ਤਾਂ ਨਹੀਂ? ਜਾਂ ਜਿਹੜੇ ਵੈਕਸੀਨੇਸ਼ਨ ਅੱਜ ਕੱਲ੍ਹ ਲੱਗ ਰਹੇ ਇਹਨਾਂ ਨੂੰ ਸਾਨੂੰ ਨਾਲ ਲੈਣਾ ਪਏਗਾ। ਬੇਸ਼ੱਕ ਬਹੁਤ ਜ਼ਰੂਰੀ ਹੈ ਇਹ ਵੈਕਸੀਨੇਸ਼ਨ, ਕਿਉਂਕਿ ਬਹੁਤ ਵੱਡੀਆਂ ਪ੍ਰੋਬਲਮਸ ਨੂੰ ਹੱਲ ਕਰਨ ਵਾਸਤੇ ਜੇ ਸਾਨੂੰ ਕੋਈ ਥੋੜ੍ਹੀ ਬਹੁਤ ਤਕਲੀਫ ਸਹਿਣੀ ਵੀ ਪੈਂਦੀ ਹੈ ਵੀ ਸਾਡਾ ਬੱਚਾ ਮਹਾਰਾਜਾ ਰਣਜੀਤ ਸਿੰਘ ਵਰਗਾ ਨਾ ਹੋ ਜਾਵੇ ਕਾਣਾ, ਕੋਈ ਨਹੀਂ ਚਾਹੁੰਦਾ ਐਸਾ। ਤੇ ਜੇ ਪੋਲੀਓ ਨਾ ਹੋ ਜਾਵੇ ਕਿਸੇ ਬੱਚੇ ਨੂੰ, ਉਹਦੀ ਲੱਤ ਨਾ ਮਾਰੀ ਜਾਵੇ, ਉਹਦੀ ਬਾਂਹ ਨਾ ਮਾਰੀ ਜਾਵੇ, ਉਹਦੀ ਕੋਈ ਅੱਖ ਦੇ ਵਿੱਚ ਫਰਕ ਨਾ ਪੈ ਜਾਵੇ, ਅਸੀਂ ਨਹੀਂ ਚਾਹੁੰਦੇ ਇਹ। ਤੇ ਜੇ ਅਸੀਂ ਨਹੀਂ ਚਾਹੁੰਦੇ ਤੇ ਉਹਨਾਂ ਵਾਸਤੇ ਜਿਹੜੇ ਅੱਜ ਕੱਲ੍ਹ ਦੇ ਵੈਕਸੀਨੇਸ਼ਨਸ ਬਣੇ ਨੇ ਉਹਨਾਂ ਦੀ ਥੋੜ੍ਹੀ ਬਹੁਤ ਤਕਲੀਫ ਸਾਨੂੰ, ਉਹ ਮਾਰਨ ਵਾਲੀ ਮੱਝ, ਦੁੱਧ ਦੇਣ ਵਾਲੀ ਮੱਝ ਦੇ ਕਹਿੰਦੇ ਨੇ ਸਿੰਘ ਵੀ ਖਵਾ ਲਈਦੇ ਨੇ, ਉਹਦੀ ਮਾਰ ਵੀ ਸਹਿ ਲਈ ਦੀ, ਲੱਤਾਂ ਵੀ ਸਹਿ ਲਈ ਦੀਆਂ ਨੇ, ਕਿਉਂਕਿ ਉਹ ਦੁੱਧ ਦੇ ਰਹੀ ਹੁੰਦੀ ਹੈ। ਸੋ ਇਸ ਹਾਲਾਤ ਦੇ ਵਿੱਚ ਕਈ ਵਾਰ ਸਾਨੂੰ ਇਹ ਵੈਕਸੀਨੇਸ਼ਨ ਜਿਹੜੇ ਨੇ ਕਰਵਾਉਣੇ ਬੜੇ ਜ਼ਰੂਰੀ ਨੇ। ਮੈਂ ਇਹੀ ਗੱਲ ਰਿਕਮੈਂਡ ਕਰਦਾ ਕਿ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਉਸ ਹਾਲਾਤ ਵਿੱਚ ਰੁਕ ਜਾਂਦੀਆਂ ਨੇ। ਹਾਂ, ਕੁਛ ਇੱਕ ਐਸੇ ਹਨ ਜਿਨ੍ਹਾਂ ਲੋਕਾਂ ਨੂੰ ਇਸ ਤਰ੍ਹਾਂ ਦੀ ਉਹਨਾਂ ਦੀ ਰਿਐਕਸ਼ਨ ਹੋ ਜਾਂਦੀ ਹੈ। ਅੱਜ ਕੱਲ੍ਹ ਤਾਂ ਹੋਰ ਵੀ ਸਿੰਥੇਸਾਈਜ਼ ਕਰ ਦਿੱਤਾ ਗਿਆ ਉਸ ਨੂੰ, ਜਿਹੜੇ ਪਹਿਲਾਂ ਐਗ ਦੇ ਪਲਾਜ਼ਮੇ ਤੋਂ ਬਣਦੇ ਸਨ, ਕਈਆਂ ਨੂੰ ਐਗ ਦੀ ਐਲਰਜੀ ਹੁੰਦੀ ਸੀ, ਉਹਨਾਂ ਨੇ ਹੋਰ ਤਰ੍ਹਾਂ ਦੀ ਬਣਤਰ ਲੈ ਕੇ ਆ ਗਏ ਤਾਂ ਕਿ ਉਹ ਸਾਰਿਆਂ ਨੂੰ ਸੈੱਟ ਬੈਠਣੇ ਸ਼ੁਰੂ ਹੋ ਜਾਣ। ਸੋ ਮੈਂ ਇਹ ਕਹਾਂਗਾ ਕਿ ਕੀ ਹੋ ਸਕਦਾ ਹੈ ਖੁਰਾਕ 'ਚ ਕਮੀ, ਕੀ ਹੋ ਸਕਦਾ ਹੈ ਸਾਡੇ ਪ੍ਰਬੰਧ ਉਹਦੀ ਮੈਨੇਜਮੈਂਟ ਦੇ 'ਚ ਕਮੀ, ਜਾਂ ਕੀ ਬਾਹਰੋਂ ਹੋਰ ਐਡੀਸ਼ਨਲ ਜਿਹੜੇ ਵੈਕਸੀਨੇਸ਼ਨ ਵਰਗੀਆਂ ਗੱਲਾਂ ਕੀਤੀਆਂ ਨੇ ਕਿਤੇ ਉਹਨਾਂ ਦੇ ਕਰਕੇ ਤਾਂ ਨਹੀਂ ਕਿ ਇਹ 20 ਦੰਦ ਜਿਹੜੇ ਪੂਰੇ ਹੋਏ ਨੇ 2 ਸਾਲ 'ਚ ਪੂਰੇ ਨਹੀਂ ਹੋਏ, ਇੱਕ ਦੰਦ ਕੱਢਣ ਤੋਂ ਬਾਅਦ ਬਹੁਤ ਲੰਬਾ ਸਮਾਂ ਪੈ ਗਿਆ। ਇਸ ਤਰ੍ਹਾਂ ਦੀ ਜਿਹੜੀਆਂ ਕੰਡੀਸ਼ਨਾਂ ਨੇ ਇਹਨਾਂ ਸਾਰੀਆਂ ਨੂੰ ਹੱਲ ਕਰਨ ਵਾਸਤੇ ਸਾਨੂੰ ਆਪਣੇ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਔਰ ਮੈਂ ਇਹ ਬੜੇ ਦਾਅਵੇ ਨਾਲ ਕਹਿ ਸਕਦਾ ਹਾਂ, ਮੇਰੇ 50 ਸਾਲ ਦੇ ਮੈਡੀਕਲ ਦੇ ਪ੍ਰੈਕਟਿਸ ਦੇ ਵਿੱਚ ਮੈਂ ਇਹ ਦੇਖਿਆ ਕਿ ਹੋਮਿਓਪੈਥਿਕ ਮੈਡੀਸਿਨਸ ਇਸ ਦੇ ਵਿੱਚ ਬਹੁਤ ਜ਼ਿਆਦਾ ਕਾਮਯਾਬ ਨੇ, ਬਹੁਤ ਹੀ ਜ਼ਿਆਦਾ ਕਾਮਯਾਬ ਨੇ, ਕਿਉਂਕਿ ਹੋਮਿਓਪੈਥਿਕ ਮੈਡੀਸਿਨ ਨੇ ਸਿਸਟਮ ਨੂੰ ਸੈੱਟ ਕਰਨਾ ਆ। ਖੁਰਾਕ ਤੁਹਾਡੀ ਜਿੰਨੀ ਵੀ ਹੈਗੀ ਆ ਇਹਦੇ ਵਿੱਚੋਂ ਲੋੜੀਂਦੇ ਤੱਤਾਂ ਨੂੰ ਨਿਚੋੜਨ ਵਿੱਚ ਹੈਲਪ ਕਰਨੀ ਹੈਗੀ ਹੈ ਤਾਂ ਕਿ ਜਿਹੜੀ ਰਿਕੁਆਇਰਮੈਂਟ ਹੈ ਅੱਗੇ ਉਹ ਸਾਰੀ ਪੂਰੀ ਹੋ ਜਾਵੇ। ਇਹਨਾਂ 20 ਦੰਦਾਂ ਨੇ ਤੁਹਾਡਾ ਸਾਥ 6-7 ਸਾਲ ਤੱਕ ਦੇਣਾ ਆ। ਉਸ ਤੋਂ ਬਾਅਦ ਇੱਕ ਇੱਕ ਕਰਕੇ ਇਹਨਾਂ ਨੇ ਭੁਰਨਾ ਸ਼ੁਰੂ ਹੋ ਜਾਣਾ ਹੈ। ਇੱਕ ਇੱਕ ਕਰਕੇ ਭੁਰਨਗੇ ਤੇ ਇੱਕ ਇੱਕ ਕਰਕੇ ਫਿਰ ਨਵੇਂ ਆਉਣਗੇ, ਔਰ ਜਦੋਂ ਨਵੇਂ ਆਉਣਗੇ ਤੇ ਇਹਨਾਂ ਦੇ ਨਾਲ 2-2 ਮਹਿਮਾਨ ਹਰ ਪਾਸੇ ਹੋਰ ਆ ਜਾਣਗੇ, ਔਰ ਜਿਨ੍ਹਾਂ ਨੂੰ ਅਸੀਂ ਮੋਲਰ ਟੀਥ ਕਹਿੰਦੇ ਆ, ਜਿਨ੍ਹਾਂ ਦੇ ਹੇਠਾਂ 3-3 ਜੜ੍ਹਾਂ ਹੁੰਦੀਆਂ ਨੇ, ਮੋਲਰ ਟੀਥ ਕਹਿੰਦੇ ਆ। ਇਹ ਸਾਰੇ ਮੋਲਰ ਟੀਥ ਮਿਲਾ ਕੇ 28 ਹੋ ਜਾਂਦੇ ਨੇ, ਔਰ ਇਹ ਜਿਹੜੇ 28 ਹੋਣ ਤੋਂ ਬਾਅਦ ਜਿਹੜੇ 32 ਹੋਣ ਦਾ ਸਿਲਸਿਲਾ ਆ ਉਹ ਫੇਰ ਲਮਕ ਜਾਂਦਾ ਆ, ਔਰ ਉਹ 25-26 ਸਾਲ ਦੀ ਉਮਰ ਤੱਕ ਪੂਰਾ ਹੁੰਦਾ ਹੈ। ਹੁਣ ਆਖਰੀ ਗੱਲਾਂ ਕਰਕੇ ਅੱਜ ਦੇ ਚੈਪਟਰ ਨੂੰ ਮੈਂ ਸਮਾਪਤ ਕਰਾਂਗਾ ਕਿ ਕੁਝ ਕੰਪਲੀਕੇਸ਼ਨਾਂ ਨੇ, ਕਿਉਂਕਿ ਗੱਲ ਬੱਚੇ ਦੀ ਹੋ ਰਹੀ ਹੈ। ਕੁਝ ਕੰਪਲੀਕੇਸ਼ਨਾਂ ਹਨ ਜਿਹੜੀਆਂ ਇਸ ਉਮਰ ਦੇ ਵਿੱਚ ਆ ਕੇ ਬੱਚਿਆਂ ਨੂੰ ਹੁੰਦੀਆਂ ਨੇ, ਉਹਨਾਂ ਦੀ ਸੰਭਾਲ ਕਰਨੀ ਬੜੀ ਜ਼ਰੂਰੀ ਹੈ। ਕਿਉਂਕਿ ਹੱਡੀਆਂ ਵਾਸਤੇ ਕੈਲਸ਼ੀਅਮ ਚਾਹੀਦਾ ਹੈ, ਪੋਟਾਸ਼ੀਅਮ ਚਾਹੀਦਾ ਹੈ, ਤੇ ਜਿਹੜਾ ਬਾਹਰੋਂ ਆ ਰਿਹਾ ਹੈ ਜੇ ਉਹਦੇ ਵਿੱਚ ਕੋਈ ਕਮੀ ਹੈਗੀ ਹੈ, ਜਾਂ ਜਿਹੜਾ ਬਾਹਰੋਂ ਆ ਰਿਹਾ ਹੈ ਉਹ ਪੂਰੀ ਤਰ੍ਹਾਂ ਜਿੱਥੇ ਜਾਣਾ ਸਪਲਾਈ ਨਹੀਂ ਕਰਨਾ, ਸਰਕਾਰ ਨੇ ਤਾਂ ਪੈਸੇ ਫੰਡ ਦੇ ਦਿੱਤੇ ਤੇ ਅੱਗੋਂ ਮਿਨਿਸਟਰੀ ਖਾ ਗਈ, ਜਿੱਥੇ ਜਾਣੇ ਉੱਥੇ ਗਿਆ ਹੀ ਨਹੀਂ, ਫਿਰ ਕਮੀ ਪੇਸ਼ੀ ਤੇ ਰਹਿ ਜਾਣੀ ਹੈ। ਇਸੇ ਤਰ੍ਹਾਂ ਹੀ ਜੇ ਖੁਰਾਕ ਤੁਸੀਂ ਪੂਰੀ ਦੇ ਰਹੇ ਹੋ ਤੇ ਜਿਵੇਂ ਉਹਨੇ ਅਸੀਮੀਲੇਟ ਹੋ ਕੇ ਖੂਨ 'ਚ ਰਚ ਕੇ ਜਿਹੜੀ ਲੋੜ ਸੀ ਉਹ ਪੂਰੀ ਕਰਨੀ ਸੀ, ਜੇ ਨਹੀਂ ਕਰ ਸਕੀ ਕਿਸੇ ਕਮੀ ਪੇਸ਼ੀ ਦੇ ਕਰਕੇ, ਤੇ ਫਿਰ ਇਹ ਦੰਦਾਂ ਦੇ ਵਿੱਚ ਕਮੀ ਪੇਸ਼ੀ ਨੂੰ ਪੂਰਾ ਕਰਨ ਵਾਸਤੇ ਕੁਦਰਤ ਆਪਦਾ ਵੀਟੋ ਪਾਵਰ ਲਾਉਂਦੀ ਹੈ। ਤੇ ਉਹ ਵੀਟੋ ਪਾਵਰ ਕੀ ਲਾਉਂਦੀ ਹੈ? ਭਈ ਜਿੱਥੇ ਜਿੱਥੇ ਮੇਰੇ ਕੋਲ ਪਿਆ ਹੈ ਵਾਧੂ ਕੈਲਸ਼ੀਅਮ ਪੋਟਾਸ਼ੀਅਮ, ਮੈਂ ਉਹ ਲੈ ਲਵਾਂ। ਦੰਦ ਤੇ ਬੜੇ ਜ਼ਰੂਰੀ ਨੇ, ਕਿਉਂਕਿ ਵੱਧਦੀ ਉਮਰ ਦੇ ਨਾਲ ਸਾਡੀ ਖੁਰਾਕ ਬਦਲਣ ਵਾਸਤੇ ਸਾਨੂੰ ਇੱਕ ਇੰਡੀਕੇਸ਼ਨ ਹੈ ਕੁਦਰਤ ਵੱਲੋਂ। ਪਹਿਲਾਂ ਦੰਦ ਨਹੀਂ ਹਨ, ਬੁੱਟ ਹਨ, ਤੇ ਕੁਦਰਤ ਨੇ ਆਖਿਆ ਦੁੱਧ ਪੀਓ, ਸੌਫਟ ਚੀਜ਼ ਲੈ ਲਓ। ਹੌਲੀ ਹੌਲੀ ਦੰਦ ਬਣਨੇ ਸ਼ੁਰੂ ਹੋਏ ਤੇ ਅਸੀਂ ਆਨੇ ਸਮੈਸ਼ਡ ਪੋਟੈਟੋ ਲਓ, ਕੈਰਟਸ ਲੈ ਲਓ ਸਮੈਸ਼ਸ, ਤੇ ਇਹ ਸਾਰੀਆਂ ਵਿਟਾਮਿਨਸ ਦੇ ਤੁਹਾਡੇ ਸਾਰੀਆਂ ਚੀਜ਼ਾਂ ਕਾਰਬੋਹਾਈਡਰੇਟਸ ਵਗੈਰਾ ਪੂਰਾ ਕਰਨ ਡਿਵੈਲਪਮੈਂਟ ਵਾਸਤੇ। ਔਰ ਕੁਦਰਤ ਇਸ ਚੀਜ਼ ਨੂੰ ਆਪਣੇ ਤੌਰ ਤੇ ਪੂਰਾ ਕਰਨ ਦੀ ਕੋਸ਼ਿਸ਼ ਕਰਦੀ ਹੈ ਵੱਡੀਆਂ ਹੱਡੀਆਂ ਦੇ ਵਿੱਚੋਂ, ਫੇਫੜਿਆਂ ਦੇ ਵਿੱਚੋਂ।
ਫੇਫੜਿਆਂ ਦੇ ਵਿੱਚ ਸਾਡੇ ਕੋਲ ਜ਼ਿਆਦਾ ਕੈਲਸ਼ੀਅਮ ਹੁੰਦਾ ਹੈ, ਵੱਡੀਆਂ ਹੱਡੀਆਂ ਵਿੱਚ ਸਾਡੇ ਕੋਲ ਜ਼ਿਆਦਾ ਕੈਲਸ਼ੀਅਮ ਹੁੰਦਾ ਹੈ, ਜਿਹੜਾ ਦੰਦੀਆਂ ਬਣਾਉਣ ਵਾਸਤੇ ਬਹੁਤ ਜ਼ਰੂਰੀ ਹੈ। ਤੇ ਫਿਰ ਕੁਦਰਤ ਉੱਥੋਂ ਸਟਾਕ ਪੈਸੇ ਦੇ ਵਿੱਚੋਂ ਲੈ ਲੈਂਦੀ ਹੈ। ਤੇ ਫਿਰ ਹੋਇਆਗਾ ਕਿ ਉਹ ਸਟਾਕ ਤਾਂ ਆਪਣਾ ਕੰਮ ਪੂਰਾ ਕਰ ਰਿਹਾ ਸੀਗਾ, ਤੁਸੀਂ ਉਹਦੇ ਵਿੱਚੋਂ ਜਿੰਨੀ ਕੁ ਬਣਦੀ ਸੀ ਆਖਿਆ ਵੀ ਸਾਡੇ ਵੀ ਦੇ ਦਿਓ ਭਾਈ ਹਿੱਸਾ, ਤੇ ਜੇ ਤੁਸੀਂ ਉਹ ਲੈ ਲਿਆ ਤੇ ਹੱਡੀਆਂ ਕਮਜ਼ੋਰ ਹੋ ਜਾਣਗੀਆਂ। ਔਰ ਇਸੇ ਤਰ੍ਹਾਂ ਹੀ ਆਂਤੜੀਆਂ ਦੇ ਵਿੱਚੋਂ ਜੇ ਕੈਲਸ਼ੀਅਮ ਲਿਆ ਗਿਆ, ਆਂਤੜੀਆਂ 'ਚ ਵੀ ਬਹੁਤ ਸਾਡੇ ਕੈਲਸ਼ੀਅਮ ਇਕੱਠਾ ਕੀਤਾ ਹੁੰਦਾ ਆ, ਜੇ ਉਹ ਲੈ ਲਿਆ ਤੇ ਫਿਰ ਟੱਟੀਆਂ ਲੱਗ ਜਾਣਗੀਆਂ। ਜੇ ਫੇਫੜਿਆਂ ਵਿੱਚੋਂ ਲੈ ਲਿਆ ਤੇ ਛੋਟੇ ਬੱਚਿਆਂ ਨੂੰ ਦੰਦੀਆਂ ਕੱਢਣ ਸਮੇਂ ਉਸ ਨੂੰ ਖੰਘ, ਜ਼ੁਕਾਮ ਇਹ ਵਗੈਰਾ ਹੋਣਾ ਸ਼ੁਰੂ ਹੋ ਜਾਏਗਾ। ਕਿਉਂਕਿ ਜਿਸ ਸਿਸਟਮ ਜੇ ਹੱਡੀਆਂ ਹੋਈਆਂ ਤੇ ਉਹਨੇ ਟਾਈਮ ਸਿਰ ਤੁਰਨਾ ਨਹੀਂਗਾ। ਜਿਹੜੇ ਮਾਈਲਸਟੋਨ ਮੈਂ ਦੱਸੇ ਨੇ ਵੀ ਉਸਨੇ 11 ਤੋਂ 13 ਮਹੀਨੇ ਦੇ ਵਿੱਚ ਚੱਲਣਾ ਸ਼ੁਰੂ ਕਰਨਾ ਹੈ, ਉਹ ਨਹੀਂ ਚੱਲੇਗਾ। ਉਹਨੇ 1 ਤੋਂ 3 ਮਹੀਨੇ 'ਚ ਕਰੋਲਿੰਗ ਕਰਨੀ, ਉਹ ਨਹੀਂ ਕਰੇਗਾ। ਉਹਨੇ 5 ਤੋਂ 8 ਮਹੀਨੇ ਦੇ ਵਿੱਚ ਸਟੈਂਡ ਕਰਨਾ, ਉਹ ਨਹੀਂ ਕਰੇਗਾ। ਤੇ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਤੁਹਾਡੇ, ਮੈਂ ਇਸ ਕਰਕੇ ਦੱਸ ਰਿਹਾ ਵੀ ਜਦੋਂ ਤੁਹਾਡੇ ਬੱਚੇ ਨੂੰ ਇਸ ਤਰ੍ਹਾਂ ਦੀਆਂ ਕਮੀਆਂ ਆਉਣ ਤੇ ਅੰਦਾਜ਼ਾ ਲਾਓ ਭਈ ਇਹ ਕੀ ਹੋ ਰਿਹਾ ਹੈ। ਖੁਰਾਕ ਦੀ ਕਮੀ ਹੋ ਰਹੀ ਹੈ। ਜਿਹੜੀ ਖੁਰਾਕ ਕੁਦਰਤ ਜਾਂ ਤਾਂ ਬੱਚੇ ਦੀਆਂ ਹੱਡੀਆਂ 'ਚੋਂ ਲੈ ਰਹੀ ਹੈ ਜਾਂ ਬੱਚੇ ਦੀਆਂ ਆਂਤੜੀਆਂ 'ਚੋਂ ਲੈ ਰਹੀ। ਜੇ ਟੱਟੀਆਂ ਲੱਗੀਆਂ ਨੇ ਤੇ ਆਂਤੜੀਆਂ ਦੇ ਵਿੱਚੋਂ ਲਿਆ ਗਿਆ। ਜੇ ਹੱਡੀਆਂ ਕਮਜ਼ੋਰ ਨੇ, ਸਟੈਂਡ ਨਹੀਂ ਕਰਦਾ, ਡਿੱਗ ਪੈਂਦਾ ਆ, ਤੇ ਉਹ ਹੱਡੀਆਂ ਕਮਜ਼ੋਰ ਹੋ ਗਈਆਂ ਨੇ, ਕੈਲਸ਼ੀਅਮ ਹੱਡੀਆਂ ਵਿੱਚੋਂ ਲਿਆ ਗਿਆ ਹੈ। ਜੇ ਉਸ ਨੂੰ ਜ਼ਿਆਦਾ ਛਿੱਕਾਂ, ਜ਼ੁਕਾਮ ਵਗੈਰਾ, ਨੱਕ ਵਗਦਾ ਰਹਿੰਦਾ ਹਰ ਵੇਲੇ, ਤਾਂ ਸਮਝੋ ਕਿ ਉਹਦਾ ਕੈਲਸ਼ੀਅਮ ਹੱਡੀਆਂ ਬਣਾਉਣ ਵਾਸਤੇ ਕੁਦਰਤ ਫੇਫੜਿਆਂ 'ਚੋਂ ਲੈ ਰਹੀ ਹੈ। ਉਹਨਾਂ ਥਾਵਾਂ 'ਤੇ ਕਮੀ ਪੇਸ਼ੀ ਆ ਜਾਏਗੀ। ਸੋ ਇਹ ਸਾਰੇ ਹਾਲਾਤ, ਇਹ ਸਾਰੇ ਸਿੰਪਟਮ ਇੱਕ ਦੂਜੇ ਨਾਲ ਰਿਲੇਟਡ ਹਨ ਜਾਣਕਾਰੀ ਵਾਸਤੇ, ਤਾਂ ਕਿ ਸਾਨੂੰ ਇਹ ਪਤਾ ਹੋਵੇ ਕਿ ਕਿਹੜੀ ਗੱਲ ਕਿਸ ਕਰਕੇ ਹੋ ਰਹੀ ਹੈ ਤੇ ਮੈਂ ਇਹਦਾ ਉਪਰਾਲਾ ਕਰਨਾ ਹੈਗਾ। ਡਾਕਟਰ ਕੋਲ ਜਾਓਗੇ ਤੇ ਉਹ ਤੇ ਲੱਭੇਗਾ, ਜਾਣੇਗਾ। ਜਿਹੜਾ ਡਾਕਟਰ ਇਸ ਫੀਲਡ ਦੇ ਵਿੱਚ ਹੈ, ਜਿਹੜਾ ਡਾਕਟਰ ਇਸ ਬਾਰੇ ਜਾਣਦਾ, ਉਹ ਤਾਂ ਜਾਣ ਲੈਗਾ। ਪਰ ਚੰਗੀ ਗੱਲ ਆ ਸਾਡੀਆਂ ਮਾਵਾਂ, ਸਾਡੀਆਂ ਭੈਣਾਂ, ਸਾਡੀਆਂ ਬੱਚੀਆਂ ਵੀ ਇਹ ਗੱਲ ਜਾਣਦੀਆਂ ਹੋਣ ਕਿ ਭਾਈ ਇਹ ਜਿਹੜੀ ਕਮੀ ਪੇਸ਼ੀ ਹੈ ਉਹ ਕਿਸ ਕਰਕੇ ਆ ਰਹੀ ਹੈ ਤੇ ਉਹਦਾ ਮੈਂ ਕੀ ਉਪਰਾਲਾ ਕਰਨਾ। ਅੱਜ ਦਾ ਸਮਾਂ ਸਮਾਪਤ। ਮੈਂ ਗੁਰਦੀਪ ਸਿੰਘ ਸੰਧੂ, ਤੁਹਾਡਾ ਹੋਮਿਓਪੈਥਿਕ ਕੰਸਲਟੈਂਟ, ਤੁਹਾਡੀ ਸੇਵਾ 'ਚ ਹਾਜ਼ਰ ਹਾਂ। 7021 ਵਿਲੇਜ ਪਾਰਕ ਵੇ, ਡਬਲਿਨ, ਕੈਲੀਫੋਰਨੀਆ ਦੇ ਉੱਪਰ। ਮੇਰਾ ਫ਼ੋਨ ਨੰਬਰ 4086871899। ਕਿਸੇ ਵੀ ਵੇਲੇ फ़ोन करके या ईमेल करके homeomedicine@yahoo.com homeomedicine@yahoo.com ईमेल करके भी तुसी अपना सवाल मैनू भेज सकते हो। कोई शंका है मन दे विच, या किसी बीमारी बारे समझना चाहते हो, या सैकंड ओपीनियन लेना चाहते हो, या होम्योपैथिक तरीके मुताबिक इलाज करवाना चाहते हो तो कॉल कर सकते हो या ईमेल कर सकते हो। कॉल करने वास्ते फ़ोन नंबर फिर दस रहा हाँ 4086871899। कल नूं संडे है, कल नूं असीं छुट्टी करांगे। सोमवार नूं मैं फिर तुहाडे नाल इसे तरह इस महफिल दे विच हाज़र होवांगा ते इस तो अगे दी बच्चे दी डिवेलपमेंट वास्ते वैक्सीनेशन दा रूटीन की है वो तो गवर्नमेंट का बनाया होया, उहदे मुताबिक सारे आम वैक्सीनेशन हुंदे रहिंदे ने। पर फिर भी मैं उहदे बारे छोटी जी डिटेल जिहड़ी अपने इस 30 मिनट का जिहड़ा समां हुंदा आ इहदे विच तुहाडे नाल सांझी करन दी कोशिश करांगा कि किहड़े वैक्सीन तुहानूं लवा लेने चाहीदे ने। बहुत सारे लोग आउंदे ने जिहड़े वैक्सीन लवाउंदे ही नहीं है, क्योंकि बंदिश नहीं है, पर भुगतना तुहाडे बच्चे नूं पैना हैगा। ये ठीक है, कईयां नूं रिएक्शन हुंदी है तो उहदे करके असीं ऐसा नहीं करदे, पर उन्हां चीज़ां दे प्रबंध होर हो सकते ने बहुत वड्डे फायदे लैण वास्ते कि किसी नूं पोलियो ना हो जाए, कि किसी नूं डिफथेरिया ना हो जाए, कि किसी नूं जिहड़ी है कोई अख दी कोई प्रॉब्लम ना आ जाए। ये सारियां गल्लां तो बचण वास्ते बहुत ज़रूरी है कि जे प्रबंध हो सकदा आ, थोड़े बहुत नुकसान नूं सह लैण दी कोई गल नहीं। सो तुहाडा सारियां दा रब राखा, तुहाडे सारियां दी चंगी सेहत लई दुआ करदा हां। सत श्री अकाल, आदाब ते नमस्कार।